ਬਲਾਵਲੋ ਮਹਿਲਾ ਪੰਜਵਾਂ ਦੋਪਦੇ ਘਰ ਨੌਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਪਹਿ ਮੇਲ ਲਏ ਜਬ ਤੇ ਸ਼ਰਨ ਤੁਮਾਰੀ ਆਏ, ਤਬ ਤੇ ਦੋਖ ਗਏ। ਆਪੇ ਮੇਲ ਲਏ ਜਬ ਤੇ ਸ਼ਰਨ ਤੁਮਾਰੀ ਆਏ, ਤਬ ਤੇ ਦੋਖ ਗਏ। ਰਹਾਉ ਤਜ ਅਭਮਾਨ ਅਰ ਚਿੰਤ ਬਰਾਨੀ, ਸਾਧੈ ਸ਼ਰਨ ਪਏ। ਜਪ ਜਪ ਨਾਮ ਤੁਮਾਰੋ ਪ੍ਰੀਤਮ, ਤਨ ਤੇ ਰੋਗ ਗਏ। ਜਪ ਜਪ ਨਾਮ ਤੁਮਾਰੋ ਪ੍ਰੀਤਮ, ਤਨ ਤੇ ਰੋਗ ਖਏ। ਮਹਾ ਮੁਗਧ ਅਜਾਨ ਅਗਿਆਨੀ, ਰਾਖੇ ਧਾਰ ਦਏ। ਕਹੋ ਨਾਨਕ ਗੁਰ ਪੂਰਾ ਭੇਟਿਓ, ਆਵਨ ਜਾਨ ਰਹੇ। ਕਹੋ ਨਾਨਕ ਗੁਰ ਪੂਰਾ ਭੇਟਿਓ, ਆਵਨ ਜਾਨ ਰਹੇ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸ਼ਸ਼ੋਭਤ ਗੁਰੂ ਪਿਆਰਿਓ, ਆਪ ਸਾਰੇ ਬੜੇ ਧੰਤਾ ਦੇ ਯੋਗ ਸਤਿਕਾਰਯੋਗ। ਆਓ ਗੁਰਬਾਣੀ ਦੀ ਵਿਚਾਰ ਸਮਝਣ ਦਾ ਯਤਨ ਕਰੀਏ। ਫਤਿਹ ਬੁਲਾਉਣੀ ਸਾਰਿਆਂ ਨੇ ਪਿਆਰ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਾਵਲ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੀ ਰਚਿਤ ਬਾਣੀ ਆਪਾਂ ਸਾਰਿਆਂ ਨੇ ਹੁਕਮਨਾਮਾ ਸਾਹਿਬ ਦੇ ਰੂਪ ਵਿੱਚ ਸਰਵਣ ਕੀਤੀ ਆ। ਤੇ ਅੱਜ ਦੇ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਦਾ, ਉਹਦੇ ਵਿੱਚ ਪਾਤਸ਼ਾਹ ਨੇ ਕਿਸ ਤਰ੍ਹਾਂ ਦੀ ਵਿਚਾਰ ਦਿੱਤੀ ਆ ਤੇ ਪੂਰੇ ਸ਼ਬਦ ਦੇ ਵਿੱਚ ਸਾਨੂੰ ਕੀ ਸੰਦੇਸ਼ ਦਿੱਤਾ, ਇਹ ਸ਼ਬਦ ਵਿਚਾਰਿਆ ਸਾਨੂੰ ਪਤਾ ਲੱਗੇਗਾ। ਰਾਗ ਬਲਾਵਲ, ਮਹਿਲਾ ਪੰਜਵਾਂ, ਦੋਪਦੇ ਘਰ ਨੌਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਆਪੇ ਮੇਲ ਲਏ। ਹੁਣ ਇੱਥੇ ਜ਼ਿਕਰ ਕੀਤਾ, ਕਹਿੰਦੇ ਆਪੇ। ਆਪੇ ਤੋਂ ਭਾਵ ਹੈ ਵੀ ਉਹ ਪਰਮਾਤਮਾ ਆਪ ਹੀ ਸਭ ਕੁਛ ਕਰ ਦੂ, ਸਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਹੈ। ਕਈ ਵਾਰ ਦੁਨਿਆਵੀ ਤਲ ਤੇ ਆਪਾਂ ਘਰ ਦੇ
ਸਮਾਜ ਦੇ ਕੰਮਾਂ ਵਿੱਚ ਇਹ ਲਫ਼ਜ਼ ਆਮ ਹੀ ਵਰਤਦੇ ਆ ਵੀ ਫਲਾਨਾ ਆਪੇ ਕਰ ਲੂ, ਆਪਾਂ ਨੂੰ ਕੀ ਲੋੜ ਆ। ਆਮ ਹੀ ਇਹ ਗੱਲ ਸੁਭਾਵਿਕ ਤੌਰ ਤੇ ਆਪਣੀ ਚਲਦੀ ਆ ਵੀ ਆਪ ਹੀ ਕਰ ਲੂ, ਕੋਈ ਗੱਲ ਨਹੀਂ, ਸਾਨੂੰ ਕੀ ਮਤਲਬ ਆ। ਇਵੇਂ ਜਿਵੇਂ ਇੱਥੇ ਪਾਤਸ਼ਾਹ ਨੇ ਸਾਨੂੰ ਬੜੇ ਸੋਹਣੇ ਢੰਗ ਦੇ ਨਾਲ ਬੜੀ ਵਧੀਆ ਗੱਲ ਸਮਝਾਈ ਆ ਵੀ ਇਸ ਗੱਲ ਦਾ ਮਤਲਬ ਕੀ ਆ। ਆਪੇ ਮੇਲ ਲਏ। ਹੁਣ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਦੋਂ ਆਪਾਂ ਅੱਖਰੀ ਅਰਥ ਕਰਾਂਗੇ ਨਾ ਤਾਂ ਇਹਦਾ ਮਤਲਬ ਕੀ ਬਣ ਗਿਆ। ਜਦੋਂ ਤੋਂ ਜਿਹੜੇ ਮਨੁੱਖ ਉਸ ਮਾਲਕ ਪਰਮਾਤਮਾ ਦੇ ਹੁਕਮ ਵਿੱਚ ਉਹਦੀ ਸ਼ਰਨ ਵਿੱਚ ਆਉਂਦੇ ਨੇ, ਧਰਤੀ ਤੇ ਆਉਂਦੇ ਨੇ, ਤਾਂ ਪਾਤਸ਼ਾਹ ਜੀ ਕਹਿੰਦੇ ਨਾ ਉਹ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ। ਅੱਖਰੀ ਅਰਥ ਕੀ ਕਿਹਾਗਾ ਵੀ ਉਹ ਆਪ ਹੀ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਮਿਲਾ ਲੈਂਦਾ ਹੈ। ਇਸ ਤੇ ਇੱਕ ਪ੍ਰਸ਼ਨ ਹੋ ਗਿਆ, ਕਿਵੇਂ ਵੀ ਜੇ ਪਰਮਾਤਮਾ ਆਪ ਹੀ ਮਿਲਾ ਲੈਂਦਾ ਗਾ ਤਾਂ ਫਿਰ ਸਾਨੂੰ ਇਹ ਕਹਿਣ ਦਾ ਵੀ ਹੱਕ ਨਹੀਂ ਹੈ। ਜੇ ਗੁਰੂ ਆਪਣੇ ਚਰਨਾਂ ਵਿੱਚ ਆਪ ਹੀ ਮਿਲਾਉਂਦਾ ਨਾ ਤਾਂ ਇਹ ਕਹਿਣ ਦਾ ਵੀ ਹੱਕ ਨਹੀਂ ਹੈ। ਕਿਹੜੀ ਗੱਲ ਵੀ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ, ਮਿਹਰ ਕਰੋ, ਤਰਸ ਕਰੋ। ਜਾਂ ਕਈ ਵਾਰ ਇਹ ਗੱਲ ਤੋਂ ਬਿਨਾਂ ਆਪਾਂ ਇਹ ਵੀ ਕਹਿੰਦੇ ਆ ਭਾਈ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਬਾਣੀ ਦੀ ਵਿਚਾਰ ਸੁਣਿਆ ਕਰੋ, ਗੁਰੂ ਦੀ ਕਿਰਪਾ ਹੋਊਗੀ। ਜੇ ਮਤਲਬ ਉਹ ਸਭ ਕੁਛ ਆਪੇ ਕਰਦਾ ਤਾਂ ਫਿਰ ਸਾਨੂੰ ਇੱਥੇ ਸਿੱਧ ਹੋ ਗਿਆ ਵੀ ਕਿਸੇ ਤਰ੍ਹਾਂ ਦੀ ਬੇਨਤੀ, ਤਰਲਾ, ਮਿੰਨਤ ਕਰਨ ਦੀ ਲੋੜ ਨਹੀਂ ਹੈ, ਆਪੇ ਕਰ ਦੂ ਸਾਰਾ ਕੁਛ। ਹੁਣ ਮੰਨ ਲਓ ਇੱਕ ਉਦਾਹਰਨ ਆ ਵੀ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਮਾਂ ਪੁੱਤ ਦਾ, ਧੀ ਦਾ ਰਿਸ਼ਤਾ ਬਣਿਆ। ਪਸ਼ੂ ਪੰਛੀ ਮਨੁੱਖਤਾ ਦੀ ਕਿਸ ਮਰਜ਼ੀ ਕੈਟਾਗਰੀ 'ਚ ਵੇਖ ਲਓ ਆਪਾਂ, ਤਾਂ ਉੱਥੇ ਨਿਆਣੇ ਬੱਚੇ ਦੀਆਂ ਮਾਂ ਨਾ ਸਾਰੀਆਂ ਲੋੜਾਂ ਆਪ ਹੀ ਪੂਰੀ ਕਰਦੀ ਆ। ਬਾਕੀ ਸੱਚ ਆ, ਕੋਈ ਇਹਦੇ ਵਿੱਚ ਲੁਕੋ ਨਹੀਂ ਹੈ। ਤੇ ਇਵੇਂ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਉਹ ਪਰਮਾਤਮਾ ਲੋੜਾਂ ਪੂਰੀਆਂ ਸਾਡੀਆਂ ਵਾਹਿਗੁਰੂ ਜਿਵੇਂ ਮਾਂ ਕਰਦੀ ਆ ਨਾ, ਤੇ ਉਹ ਵੀ ਸਾਡੀਆਂ ਲੋੜਾਂ ਜਿੱਥੇ ਪੂਰੀਆਂ ਕਰਦਾ ਉੱਥੇ ਇਹ ਕੰਮ ਵੀ ਉਹ ਆਪ ਹੀ ਕਰਦਾ, ਸਾਨੂੰ ਆਪ ਹੀ ਆਪਣੀ ਸ਼ਰਨ ਵਿੱਚ ਮਿਲਾ ਲੈਂਦਾ ਹੈ। ਬਸ ਜਿਹੜੀ ਗੱਲ ਇੱਥੇ ਪ੍ਰਸ਼ਨ ਦੇ ਰੂਪ 'ਚ ਆਈ ਆ ਉਹ ਇਹ ਆ ਵੀ ਸਾਨੂੰ ਫਿਰ ਕਿਸੇ ਨੂੰ ਕਹਿਣ ਦਾ ਹੱਕ ਨਹੀਂ ਹੈ ਜੇ ਇਹ ਇੱਦਾਂ ਦੀ ਵਿਚਾਰ ਹੈ। ਤਾਂ ਇੱਥੋਂ ਸਿੱਧ ਹੁੰਦਾ ਕੁਝ ਕੁ ਵੀ ਗੁਰੂ ਸਾਹਿਬ ਨੇ ਕਿਹਾ ਤਾਂ ਫਿਰ ਕਿਹਾ ਕੀ ਆ। ਇਹਦੇ ਅੱਖਰੀ ਅਰਥ ਤਾਂ ਬਣ ਗਏ ਇਹੀ ਜੋ ਆਪਾਂ ਸੁਣ ਲਏ ਵੀ ਆਪੇ ਵਾਹਿਗੁਰੂ ਮਿਲਾ ਲੈਂਦਾ ਹੈ। ਤਾਂ ਫਿਰ ਸਾਨੂੰ ਹਿੰਮਤ ਕਰਨ ਦੀ ਲੋੜ ਨਹੀਂ, ਸਾਨੂੰ ਮਿੰਨਤ ਕਰਨ ਦੀ, ਬੇਨਤੀ ਕਰਨ ਦੀ, ਅਰਦਾਸ ਕਰਨ ਦੀ ਲੋੜ ਨਹੀਂ ਹੈ, ਜੋ ਆਪੇ ਮਿਲਾਉਂਦਾ ਗਾ। ਤਾਂ ਉਦੋਂ ਗਾਹਾਂ ਵਿਆਖਿਆ ਕਿਵੇਂ ਹੋਊਗੀ ਇਹਦੀ? ਵਿਆਖਿਆ ਇਹ ਆ, ਜਿਸ ਦਿਨ ਅਸੀਂ ਧਰਤੀ ਦੇ ਤਖਤੇ ਤੇ ਨਹੀਂ ਸੀ ਆਏ। ਹੁਣ ਆਪਾਂ ਇਹ ਸੁਪਨਾ ਉਦੋਂ ਦਾ ਲੈਣਾ ਵੀ ਜਦੋਂ ਸਾਡਾ ਜਨਮ ਨਹੀਂ ਸੀ ਹੋਇਆ, ਚਾਹੇ ਆਪਣੇ 'ਚ ਕੋਈ ਛੋਟੀ ਉਮਰ ਦਾ ਤੇ ਚਾਹੇ ਵੱਡੀ ਉਮਰ ਦਾ, ਜਦੋਂ ਸਾਡਾ ਜਨਮ ਨਹੀਂ ਸੀ ਹੋਇਆ ਤਾਂ ਸਮਝਣਾ ਪੈਣਾ ਵੀ ਅਸੀਂ ਉਦੋਂ ਵੀ ਸੀਗੇ। ਕਿਉਂਕਿ ਬਾਣੀ ਦਾ ਫੈਸਲਾ ਵੀ ਜਿਹੜੀ ਜੀਵ ਆਤਮਾ ਨਾ ਉਹ ਨਹੀਂ ਮਰਦੀ, ਸਰੀਰ ਬਦਲਦਾ ਰਹਿੰਦਾ ਹੈਗਾ। ਜਿਵੇਂ ਆਹ ਸਰੀਰ ਚੋਂ ਨਿਕਲ ਕੇ ਸਾਡੀ ਆਤਮਾ ਕਿਸੇ ਹੋਰ ਸਰੀਰ ਚਲੀ ਜਾਊਗੀ, ਉਹਦੇ ਚੋਂ ਨਿਕਲ ਕੇ ਅੱਗੇ ਹੋਰ ਚਲੀ ਜਾਊ, ਉਹ ਆਤਮਾ ਹੈ। ਬਾਣੀ ਦਾ ਇੱਥੋਂ ਤੱਕ ਫੈਸਲਾ ਵੀ ਮਨੁੱਖਾ ਸਰੀਰ ਬਦਲਦਾ ਰਹਿੰਦਾ, ਪਰ ਜਿਹੜੀ ਆਤਮਾ ਉਹ ਨਹੀਂ ਬਦਲਦੀ। ਨਾ ਤਾਂ ਮਨੁੱਖਾ ਸਰੀਰ ਛੱਡਣ ਤੋਂ ਬਾਅਦ ਉਹ ਮਰਦੀ ਆ ਤੇ ਨਾ ਉਹ ਪਹਿਲਾਂ ਮਰਦੀ ਆ। ਪਹਿਲਾਂ ਵੀ ਉਹ ਸੀ ਜਿਉਂਦੀ ਤੇ ਬਾਅਦ ਵਿੱਚ ਵੀ ਉਹ ਹੈ। ਇੱਥੋਂ ਸਿੱਧ ਹੋ ਗਿਆ ਵੀ ਅਸੀਂ ਮਾਤਾ ਦੇ ਗਰਭ ਵਿੱਚ ਆਪਣਾ ਟਿਕਾਣਾ ਬਣਾਉਣ ਤੋਂ ਪਹਿਲਾਂ ਵੀ ਸੀ, ਅਸੀਂ ਧਰਤੀ ਦੇ ਤਖਤੇ ਤੇ ਆਉਣ ਤੋਂ ਪਹਿਲਾਂ ਵੀ ਸੀ। ਜੇ ਪਹਿਲਾਂ ਸੀ ਕਿਸ ਰੂਪ ਵਿੱਚ ਸੀ ਇਹ ਕੋਈ ਪਤਾ ਨਹੀਂ।
ਸੱਪ ਸੀ, ਕਿਰਲੀ ਸੀ, ਚੂਹਾ ਸੀ, ਪਸ਼ੂ ਸੀ, ਪੰਛੀ ਸੀ, ਕਿਸ ਰੂਪ ਵਿੱਚ ਸੀ, ਇਹਦੀ ਕੋਈ ਜੱਜਮੈਂਟ ਨਹੀਂ। ਨਾ ਕਿਸੇ ਨੂੰ ਜੱਜਮੈਂਟ ਹੈ, ਨਾ ਕੋਈ ਦੇਵੇ। ਗੱਪ ਬਕਵਾਸ ਕਹਿ ਲੋ, ਕੋਈ ਜਿੰਨਾ ਮਰਜ਼ੀ ਛੱਡੀ ਜਾਵੇ, ਪਰ ਇਸ ਚੀਜ਼ ਦੀ ਕਿਸੇ ਨੂੰ ਕੋਈ ਜੱਜਮੈਂਟ ਨਹੀਂ ਹੈ। ਹੁਣ ਜਿਹੜੀ ਗੱਲ ਕੀਤੀ ਆ ਗੁਰੂ ਪਾਤਸ਼ਾਹ ਨੇ ਉਸ ਵਕਤ ਦੀ ਕੀਤੀ ਆ, ਜਿਹੜੀ ਇੱਥੇ ਵਿਆਖਿਆ ਬਣ ਗਈ। ਜਦੋਂ ਸਾਨੂੰ ਸਾਡੇ ਪਿਛੋਕੜ ਪਹਿਲਾਂ ਵਾਲੀ ਜੂਨ ਦਾ ਪਤਾ ਨਹੀਂ ਹੈ ਵੀ ਅਸੀਂ ਕਿਸ ਰੂਪ ਦੇ ਵਿੱਚ ਇਸ ਧਰਤੀ ਤੇ ਵਿਚਰਦੇ ਸੀ, ਕੋਈ ਕਾਂ, ਕੁੱਤਾ, ਚੂਹਾ, ਚਿੜਾ ਕਿਸ ਰੂਪ ਵਿੱਚ ਸੀ, ਨਹੀਂ ਪਤਾ ਨਾ, ਤਾਂ ਉਦੋਂ ਉਹ ਮਾਲਕ ਨੇ ਆਪੇ ਮੇਲ ਲਿਆ ਆਪਦੇ ਚਰਨਾਂ ਨਾਲ। ਉਸ ਟਾਈਮ ਤੇ ਸਾਨੂੰ ਚੱਕ ਕੇ ਨਾ ਮਨੁੱਖਾ ਸਰੀਰ ਦੇਤਾ ਵੀ ਤੂੰ ਇਹਦੇ ਚ ਆ ਜਾ। ਉੱਥੇ ਸਾਡੀ ਕੋਈ ਕਿਸੇ ਤਰ੍ਹਾਂ ਦੀ ਮਤਲਬ ਕਿ ਇੱਦਾਂ ਦੀ ਅਵਸਥਾ ਨਹੀਂ ਸੀ ਵੀ ਅਸੀਂ ਆਪਣੀ ਹਿੰਡ ਕਰਕੇ, ਆਪਣੀ ਤਾਕਤ ਕਰਕੇ, ਆਪਣੀਆਂ ਕਿਸੇ ਤਰ੍ਹਾਂ ਦੀਆਂ ਰਿਸ਼ਵਤਾਂ ਦੇ ਕੇ, ਫਰਮੈਸਾਂ ਪਾ ਕੇ ਮਨੁੱਖਾ ਜ਼ਿੰਦਗੀ 'ਚ ਆ ਵੜੇ। ਉਸ ਟਾਈਮ ਤੇ ਸਾਡੇ ਕੋਲੇ ਤਾਕਤ ਨਹੀਂ ਸੀ। ਹੁਣ ਤਾਂ ਸਾਡੇ ਕੋਲੇ ਤਰੀਕੇ ਹੈ ਨਾ, ਬੰਦਾ ਕੰਮ ਨਹੀਂ ਕਰਦਾ ਉਹਨੂੰ ਰਿਸ਼ਵਤ ਦਿਓ, ਬੰਦਾ ਆਖੇ ਨਹੀਂ ਲੱਗਦਾ ਉਹਨੂੰ ਪਿਆਰ ਨਾਲ ਕਹੋ, ਨਹੀਂ ਆਖੇ ਲੱਗਦਾ ਉਹਨੂੰ ਧਮਕਾ ਦਿਓ, ਡਰਾ ਦਿਓ। ਸਾਡੇ ਕੋਲ ਇਸ ਤਰ੍ਹਾਂ ਦਾ ਸਾਰਾ ਸਿਸਟਮ ਹੈ ਨਾ। ਇਵੇਂ ਜਿਵੇਂ ਬੰਦੇ ਕੋਲੇ ਤਾਂ ਸਾਰਾ ਕੁਝ ਹੈ, ਪਰ ਪਸ਼ੂ ਪੰਛੀ ਦੇ ਹੱਥ ਵਿੱਚ ਇਹ ਨਹੀਂ ਹੈ ਵੀ ਵਾਹਿਗੁਰੂ ਜੀ ਮੈਂ ਅਰਦਾਸ ਕਰਦਾ, ਮੈਂ ਮਿੰਨਤ ਕਰਦਾ, ਮੈਂ ਤਰਲਾ ਕਰਦਾ, ਮੇਰੇ ਤੇ ਕਿਰਪਾ ਕਰ ਤੇ ਮੈਨੂੰ ਆਪਣੀ ਸ਼ਰਨ ਵਿੱਚ ਲੈ ਆ। ਪਾਤਸ਼ਾਹ ਜੀ ਕਹਿੰਦੇ ਨਾ, ਜਦੋਂ ਤੂੰ ਕਾਂ, ਕੁੱਤੇ, ਚੂਹੇ, ਚਿੜੇ ਦੇ ਰੂਪ ਵਿੱਚ ਸੀ, ਉਦੋਂ ਉਹ ਮਾਲਕ ਨੇ ਤੈਨੂੰ ਆਪੇ ਚੱਕ ਕੇ ਬੰਦਿਆਂ ਦਾ ਸਰੀਰ ਦੇਤਾ, ਮਨੁੱਖ ਵਾਲਾ ਸਰੀਰ ਦਿੱਤਾ। ਮਨੁੱਖਾ ਸਰੀਰ ਨੂੰ ਕਿਹਾ ਜਾਂਦਾ ਵੀ ਮਨੁੱਖ ਗੁਰੂ ਦੀ ਸ਼ਰਨ ਵਿੱਚ ਹੈ। ਉਹ ਅਗਲਾ ਪੜਾਅ ਵੀ ਜਦੋਂ ਅਸੀਂ ਮਾਤਾ ਦੇ ਗਰਭ ਵਿੱਚ ਆਏ ਤਾਂ ਸੱਚਮੁੱਚ ਅਸੀਂ ਕੋਈ ਤਰਲਾ, ਕੋਈ ਬਿੰਨਤ, ਕੋਈ ਅਰਦਾਸ, ਕੋਈ ਬੇਨਤੀ, ਕੋਈ ਫਰਮਾਇਸ਼ ਕਰਕੇ ਨਹੀਂ ਉਹ ਥਾਂ ਤੇ ਆਏ, ਤਾਂ ਉਹ ਸਾਡੀ ਵਡਭਾਗੀ ਜ਼ਿੰਦਗੀ ਸੀ। ਇਉਂ ਕਹਿ ਲਓ ਸਾਡੀ ਕਿਸਮਤ ਮਾਲਕ ਪਰਮਾਤਮਾ ਦੇ ਹੱਥ ਵਿੱਚ ਸੀ ਨਾ, ਉਹਨੇ ਸਾਨੂੰ ਉੱਥੇ ਲੈ ਜਾਂਦਾ। ਤੇ ਉਸ ਟਾਈਪ ਦੀ ਜਿਹੜੀ ਅਵਸਥਾ ਸੀ, ਭਾਵੇਂ ਕੋਈ ਹਿੰਦੂ, ਭਾਵੇਂ ਕੋਈ ਮੁਸਲਮਾਨ, ਭਾਵੇਂ ਕੋਈ ਸਿੱਖ ਆ, ਭਾਵੇਂ ਕੋਈ ਜੈਨੀ, ਬੋਧੀ, ਕੋਈ ਵੀ ਆ, ਉਸ ਟਾਈਮ ਦਾ ਜਿਹੜਾ ਪੜਾਅ, ਉਹ ਜਿਹੜਾ ਸਾਡਾ ਸਟੇਜ ਆ, ਅੱਡਾ ਕਹਿ ਲਓ, ਤਾਂ ਉਸ ਟਾਈਮ ਤੇ ਸਭ ਕੁਝ ਪਰਮਾਤਮਾ ਦੇ ਹੱਥ 'ਚ ਸੀ। ਇਹ ਤੁਹਾਨੂੰ ਸਾਰਿਆਂ ਨੂੰ ਪਤਾ। ਉਸ ਟਾਈਮ ਤੇ ਸਾਰਾ ਪਰਮਾਤਮਾ ਦੇ ਹੱਥ ਸੀ ਨਾ। ਅੱਛਾ, ਉੱਥੇ ਸਾਨੂੰ ਬੋਲਣਾ ਵੀ ਨਹੀਂ ਸੀ ਆਉਂਦਾ। ਮੰਨ ਲਓ ਉਸ ਟਾਈਮ ਦੀ ਅਵਸਥਾ, ਸਾਨੂੰ ਇਉਂ ਕਹਿ ਲਓ ਵੀ ਸੁਣਨਾ ਵੀ ਨਹੀਂ ਆਉਂਦਾ। ਬਾਹਰੀ ਤੌਰ ਤੇ ਆਪਾਂ ਨਕਸ਼ਾ ਬਣਾਵਾਂਗੇ, ਬਾਹਰਲਾ ਤੇ ਅੰਦਰਲਾ। ਉਸ ਟਾਈਮ ਤੇ ਸਾਨੂੰ ਕੋਈ ਕਿਰਿਆ ਸੋਧਣ ਦਾ ਵੀ ਨਹੀਂ ਪਤਾ। ਉਸ ਟਾਈਮ ਤੇ ਸਾਨੂੰ ਖਾਣ ਦਾ, ਪੀਣ ਦਾ, ਹੰਡਾਉਣ ਦਾ ਵੀ ਨਹੀਂ ਪਤਾ। ਤੇ ਸਾਰੇ ਕੰਮ ਪਰਮਾਤਮਾ ਕਰਦਾ ਰਿਹਾ, ਵਾਹਿਗੁਰੂ ਕਰਦਾ ਰਿਹਾ, ਰੱਬ ਜੀ ਕਰਦੇ ਰਹੇ ਨੇ। ਤੇ ਜੇ ਸਾਰੇ ਕੰਮ ਉਹ ਰੱਬ ਜੀ ਕਰਦੇ ਰਹੇ ਨੇ, ਤਾਂ ਆਹ ਪੰਗਤੀ ਉੱਥੇ ਸਿੱਧ ਹੋ ਗਈ ਵੀ ਜੋ ਗੁਰੂ ਸਾਹਿਬ ਨੇ ਕਿਹਾ ਇਹ ਸੱਚ ਆ। ਪਹਿਲਾਂ ਆਪਾਂ ਕਿਹਾ ਸੀ ਨਾ ਵੀ ਤੇ ਪ੍ਰਸ਼ਨ ਲੱਗ ਗਿਆ ਇੱਕ, ਵੀ ਇਹ ਗੱਲ ਹੈ ਜਾਂ ਨਹੀਂ ਹੈ, ਇਹਦੀ ਕਲੀਅਰ ਹੋਣੀ ਚਾਹੀਦੀ ਆ। ਵੀ ਆਪੇ ਮੇਲ ਲਏ ਤਾਂ ਗੁਰੂ ਆਪੇ ਕਿਵੇਂ ਮੇਲਦਾ? ਫਿਰ ਤਾਂ ਸਾਨੂੰ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਵੀ ਨਹੀਂ, ਵੀ ਆਪੇ ਚੱਕ ਕੇ ਲੈ ਜੂ ਜੇ ਲੋੜ ਹੋਈ ਤਾਂ ਉਹਨੂੰ। ਫਿਰ ਤਾਂ ਇਹੀ ਕਹਾਂਗੇ ਨਾ ਵੀ ਜੇ ਉਹਨੂੰ ਲੋੜ ਆ ਤਾਂ ਆਪੇ ਲੈ ਜਾਊਗਾ, ਆਪੇ ਆਪਦੀ ਸ਼ਰਨ 'ਚ ਮਿਲੂ। ਜਦੋਂ ਆਪਾਂ ਧਰਤੀ ਤੇ ਆ ਗਏ ਉਦੋਂ ਦੀ ਗੱਲ ਨਹੀਂ, ਇਹ ਉਦੋਂ ਪਹਿਲਾਂ ਦੀ ਗੱਲ ਆ। ਪਰਮਾਤਮਾ ਨੇ ਸਾਨੂੰ ਸੱਪ ਦੀ ਜ਼ਿੰਦਗੀ 'ਚੋਂ ਕੱਢ ਕੇ ਮਨੁੱਖਾ ਜ਼ਿੰਦਗੀ ਦੇਤੀ। ਤੇ ਪਹਿਲਾ ਜਿਹੜਾ ਪੜਾਅ ਸੀ 9 ਮਹੀਨਿਆਂ ਦਾ, ਉਹਦੇ ਵਿੱਚ ਪਰਮਾਤਮਾ ਨੇ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਤੇ ਆਪਣਾ ਨਾਮ ਵੀ ਜਪਾਇਆ। ਉਹ 9 ਮਹੀਨਿਆਂ ਦੇ ਪੜਾਅ 'ਚ ਨਾ ਮਨੁੱਖ ਨੇ ਪਰਮੇਸ਼ਰ ਪਰਮਾਤਮਾ ਦਾ ਨਾਮ ਵੀ ਜਪਿਆ। ਨਾਮ ਜਪਣ ਤੋਂ ਭਾਵ ਉਹਦੀ ਰਜ਼ਾ 'ਚ ਰਿਹਾ। ਜਿਸ ਦਿਨ ਧਰਤੀ ਦੇ ਤਖਤੇ ਤੇ ਆ ਗਿਆ, ਉਸ ਦਿਨ ਬੰਦੇ ਨੇ ਰਜ਼ਾ ਭੰਗ ਕਰਤੀ, ਇਹ ਟੁੱਟ ਗਿਆ ਹੁਕਮ 'ਚੋਂ। ਉਦੋਂ ਬਾਅਦ ਇਹ ਬੜਾ ਕੁਛ ਕਰਨ ਲੱਗ ਗਿਆ। ਬਸ ਉਦੋਂ ਬਾਅਦ ਤਾਂ ਇਉਂ ਮੰਨ ਲਓ ਵੀ ਬਿਰਲਿਆਂ ਨੂੰ ਛੱਡ ਕੇ ਇਹਨੂੰ ਸਮਝਾਉਣਾ ਪਿਆ ਵੀ ਤੂੰ ਮੁੜਿਆ, ਪਿੱਛੇ ਮੁੜਿਆ, ਆ ਜਾ, ਆ ਜਾ, ਮੁੜਿਆ, ਤੇਰੀ ਇੱਧਰ ਲੋੜ ਨਹੀਂ, ਤੇਰੀ ਇੱਧਰ ਲੋੜ ਆ ਜਾ, ਵਾਪਸ ਪਰਤਿਆ। ਮਤਲਬ ਕਹਿਣ ਤੋਂ ਮੁਰਾਦ ਵੀ ਇੱਥੇ ਜਿਹੜੀ ਇਹ ਪੰਗਤੀ ਪੜ੍ਹੀ ਹੈ ਨਾ, ਇਹ ਸਾਡੇ ਸਰੀਰ ਵਿੱਚ ਆਉਣ ਤੋਂ ਪਹਿਲਾਂ ਦਾ ਹਾਲ ਬਿਆਨ ਕਰਦੀ ਆ।
ਆ ਹੁਣ ਦਾ ਹਾਲ ਬਿਆਨ ਨਹੀਂ ਕਰਦੀ। ਫਿਰ ਤਾਂ ਅਸੀਂ ਪ੍ਰਸ਼ਨ ਕਰਾਂਗੇ ਪਾਤਸ਼ਾਹ ਨੇ ਕਹੀ ਦਿੱਤਾ ਵੀ ਆਪੇ ਮੇਲ ਲਏ, ਵੀ ਆਪੇ ਜਿੱਦੇ ਨੂੰ ਲੋੜ ਹੋਈ ਤਾਂ ਸਾਨੂੰ ਆਪਦੇ ਚਰਨਾਂ ਨਾਲ ਮੇਲ ਲੂਗਾ। ਨਹੀਂ ਭਾਈ, ਇਹ ਤਾਂ ਪਰਮਾਤਮਾ ਨੇ ਨਾ ਸੱਪ ਕਾਂ ਕੁੱਤੇ ਦੀ ਜ਼ਿੰਦਗੀ ਚੋਂ ਕੱਢ ਕੇ ਸਾਨੂੰ ਬੰਦਿਆਂ ਵਾਲਾ ਜੀਵਨ ਦੇ ਦਿੱਤਾ। 9 ਮਹੀਨਿਆਂ ਦੇ ਪੜਾਅ 'ਚ ਉਹਨੇ ਇੱਕ ਪ੍ਰੈਕਟੀਕਲ ਰੂਪ ਕਰਕੇ ਦਿਖਾਤਾ। ਉਹ ਪਰਮਾਤਮਾ ਤੇਰੇ ਸਾਰੇ ਕਾਰਜ ਪੂਰੇ ਕਰੇਗਾ। ਉਹਦੀ ਰਜ਼ਾ ਵਿੱਚ ਰਮੀ ਤੇ ਉਹਨੇ ਤੈਨੂੰ ਆਪਣੇ ਚਰਨਾਂ ਨਾਲ ਮੇਲ ਲਿਆ। ਧਰਤੀ ਦੇ ਤਖਤੇ ਤੇ ਜਾ ਕੇ ਵੀ ਰੱਬ ਦੇ ਚਰਨਾਂ ਨਾਲ ਜੁੜਿਆ ਰਹੀਂ, ਤੇ ਪਰ ਧਰਤੀ ਦੇ ਤਖਤੇ ਤੇ ਆ ਕੇ ਬੰਦਾ ਪਰਮਾਤਮਾ ਨਾਲੋਂ ਟੁੱਟ ਗਿਆ। ਚਲੋ ਇਸ ਗੱਲ ਬਾਰੇ ਵੀ ਤੁਹਾਨੂੰ ਪਤਾ ਵੀ ਪਰਮਾਤਮਾ ਨਾਲੋਂ ਟੁੱਟਣ ਦਾ ਅਰਥ ਕੀ ਆ, ਮਤਲਬ ਕੀ ਆ। ਬੁਰੇ ਕੰਮ ਕਰਨੇ, ਉਹ ਕੰਮ ਕਰਨੇ ਜਿਹੜੇ ਗੁਰੂ ਕੀ ਪਾਵਨ ਬਾਣੀ ਨੂੰ ਚੰਗੇ ਨਹੀਂ ਲੱਗਦੇ, ਗੁਰੂ ਨੂੰ ਚੰਗੇ ਨਹੀਂ ਲੱਗਦੇ, ਮਨੁੱਖਤਾ ਨੂੰ ਚੰਗੇ ਨਹੀਂ ਲੱਗਦੇ, ਉਹ ਕੰਮ ਕਰਨੇ। ਹੁਣ ਸਾਰੇ ਲੋਕ ਦੁਖੀ ਹੈ ਨਾ, ਸਰਕਾਰਾਂ ਤੋਂ ਦੁਖੀ, ਰਿਸ਼ਵਤ ਖੋਰੀ ਅਫਸਰਾਂ ਤੋਂ ਦੁਖੀ, ਮਾੜੇ ਲੋਕਾਂ ਤੋਂ ਦੁਖੀ, ਧਾੜਵੀ ਚੋਰ ਠੱਗ ਜ਼ਾਰ ਉਹਨਾਂ ਤੋਂ ਦੁਖੀ, ਸਾਰੇ ਦੁਖੀ ਹੈ ਨਾ। ਕਿਉਂ? ਉਹ ਲੋਕ ਕੰਮ ਕਰਦੇ ਨੇ ਜਿਹੜੇ ਕਾਨੂੰਨ ਦੇ ਵਿੱਚ ਹੈ ਨਹੀਂ ਗੇ। ਸੋ ਵਾਹਿਗੁਰੂ ਭਲਾ ਕਰੇ। ਕਿਹੜੇ ਕਾਨੂੰਨ 'ਚ? ਇੱਕ ਤਾਂ ਸਰਕਾਰ ਦਾ ਬਣਾਇਆ ਹੋਇਆ ਨਿਯਮ ਹੁੰਦਾ ਕਾਨੂੰਨ, ਉਹ ਤਾਂ ਪੱਖ ਪਾਤ ਦੇ ਹਿਸਾਬ ਨਾਲ ਬਣਦਾ, ਆਬਾਦੀ ਦੇ ਹਿਸਾਬ ਨਾਲ ਬਣਦਾ, ਵੋਟਾਂ ਦੇ ਹਿਸਾਬ ਨਾਲ ਬਣਦਾ, ਪੈਸੇ ਦੇ ਹਿਸਾਬ ਨਾਲ ਬਣਦਾ ਨਾ ਕਾਨੂੰਨ। ਇੱਕ ਤਾਂ ਪੈਸੇ ਦੇ ਹਿਸਾਬ ਨਾਲ, ਇੱਕ ਪਰਮਾਤਮਾ ਦਾ ਨਿਯਮ ਆ, ਰੱਬ ਦਾ ਨਿਯਮ ਆ। ਦਿਨ ਛਿਪ ਗਿਆ, ਉਹਦਾ ਨਿਯਮ ਆ, ਕਾਨੂੰਨ ਆ ਉਹਦਾ। ਅੱਜ ਤੱਕ ਰੋਕਿਆ ਕਿਸੇ ਨੇ ਸੂਰਜ ਨੂੰ ਵੀ ਰੁਕ ਜਾ 2-4 ਘੰਟੇ? ਜਾਂ ਕਿਸੇ ਨੇ ਮੰਨ ਲਓ ਵੀ ਹੁਣ ਦਾ ਟਾਈਮ ਤਕਰੀਬਨ 7 ਸਵਾ 7 ਦੇ ਦਰਮਿਆਨ ਸੂਰਜ ਉਦੈ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ, ਰੋਕ ਸਕਦੀ ਹੈ ਦੁਨੀਆ ਦੀ ਕੋਈ ਤਾਕਤ ਵੀ ਨਾ ਜੇ 2 ਘੰਟੇ ਹੋਰ ਨਾ ਚੜ੍ਹ ਤੂੰ, ਹੋਰ ਨਾ ਪ੍ਰਕਾਸ਼ ਹੋ? ਨਿਯਮ ਆ। ਇੱਕ ਤਾਂ ਪਰਮਾਤਮਾ ਦਾ, ਇੱਕ ਮਨੁੱਖ ਦਾ ਨਿਯਮ ਕਈ ਵਾਰ ਟੁੱਟ ਜਾਂਦਾ ਤੇ ਕਈ ਵਾਰ ਬਣ ਜਾਂਦਾ, ਸੰਵਿਧਾਨ ਕਾਨੂੰਨ। ਪਰ ਜਿਹੜਾ ਪਰਮਾਤਮਾ ਦਾ ਉਹ ਨਹੀਂ ਟੁੱਟਦਾ ਗਾ। ਤੇ ਇਸੇ ਕਰਕੇ ਬਾਣੀ ਕਹਿੰਦੀ ਹੈ ਰੱਬ ਦੇ ਕਾਨੂੰਨ 'ਚ ਰਹਿ, ਰੱਬ ਦੇ ਕਾਨੂੰਨ 'ਚ ਰਹੇ ਨਾ, ਤੇ ਰੱਬ ਦੇ ਕਾਨੂੰਨ 'ਚ ਭਾਈ ਰਹਿੰਦੇ ਵੀ ਆ। ਚਲੋ ਜੋ ਹੋਇਆ ਤੁਹਾਨੂੰ ਸਾਰਾ ਪਤਾ ਹੀ ਆ। ਪਰਮਾਤਮਾ ਦਾ ਇੱਕ ਨਿਯਮ ਆ, ਦਸ਼ਮੇਸ਼ ਪਿਤਾ ਦਾ ਇੱਕ ਨਿਯਮ ਆ, ਜਦੋਂ ਪਾਣੀ ਸਿਰ ਉੱਤੋਂ ਦੀ ਲੰਘ ਜੇ ਤਾਂ ਸ਼ਮਸ਼ੀਰ ਉਠਾਉਣੀ ਜਾਇਜ਼ ਹੈ। ਪਤਾ ਨਾ ਤੁਹਾਨੂੰ? ਚਲੋ ਮੈਂ ਬਹੁਤਾ ਨਹੀਂ ਉਧਰਲੇ ਪਾਸੇ ਜਾਣਾ। ਤੇ ਕਦੋਂ ਵੀ ਪਾਣੀ ਸਿਰ ਉੱਤੋਂ ਦੀ ਲੰਘ ਜੇ, ਹਲਕਿਆ ਕੁੱਤਾ ਘਰੇ ਆਉਂਦਾ ਤੇ ਵੱਢਣਾ, ਉਹਨੂੰ ਮਾਰ ਦੇਣਾ ਜਾਇਜ਼ ਆ, ਇਹ ਕਾਨੂੰਨ ਆ। ਠੀਕ ਹੈ ਨਾ? ਕਦੋਂ ਵੀ ਬੰਦਾ ਹਲਕ ਜਾਵੇ, ਹਲਕੇ ਦਾ ਇਲਾਜ ਸ਼ਮਸ਼ੀਰ ਹੈ, ਤੇਗ ਹੈ। ਪਰ ਅੱਜ ਕਿੰਨੀ ਭੜਕਣਾ ਲੱਗ ਗਈ, ਕਿੰਨੇ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ। ਧਰਮ ਗ੍ਰੰਥ, ਚਲੋ ਸਾਰੇ ਧਰਮ ਗ੍ਰੰਥ ਹੀ ਸਤਿਕਾਰਯੋਗ ਆ, ਭਾਵੇਂ ਬਾਈਬਲ ਆ, ਭਾਵੇਂ ਕੁਰਾਨ ਸ਼ਰੀਫ ਆ, ਭਾਵੇਂ ਕੋਈ ਵੇਦ ਆ, ਕਿਸੇ ਕਿਸਮ ਦੀ ਰਮਾਇਣ ਆ, ਕੁਛ ਵੀ ਆ, ਚਾਹੇ ਜਿਹੜੀ ਲਿਖਤ ਆ ਸਤਿਕਾਰਯੋਗ ਆ, ਜਿਹੜੀ ਕੋਈ ਮਨੁੱਖ ਨੂੰ ਭਲੇ ਦਾ ਕਾਰਜ ਸਿਖਾਉਂਦੀ ਹੈ। ਸਿਆਣੇ ਬੰਦੇ ਨਾ, ਅਖਬਾਰ ਦਾ ਟੁਕੜਾ ਥੱਲੇ ਪੈਰਾਂ 'ਚ ਰੁਲਦਾ ਹੋਵੇ, ਉਹਨੂੰ ਵੀ ਚੱਕ ਕੇ ਅਗਲਾ ਉੱਚੇ ਥਾਂ ਰੱਖ ਦਿੰਦਾ, ਨਾ ਯਾਰ ਪੈਰਾਂ 'ਚ ਥੱਲੇ ਰੁਲਦਾ ਗਾ। ਇਹ ਤਾਂ ਸਤਿਕਾਰ ਆ ਨਾ। ਪਰ ਇੱਥੇ ਸੰਸਾਰ ਵਿੱਚ ਕੀ ਕੁਛ ਹੁੰਦਾ ਉਹ ਤੁਹਾਨੂੰ ਪਤਾ। ਮਗਰੋਂ ਲੇਵਲ ਕੀ ਲੱਗਦਾ? ਇਹ ਕਮਲਾ ਸੀ, ਇਹਦੇ 4 ਧੀਆਂ ਸੀ, ਇਹਦੇ 5 ਧੀਆਂ ਸੀ। ਤੇ ਜਦੋਂ ਕਮਲਾ ਬੁਰੇ ਕੰਮ ਕਰਦਾ ਸੀ ਉਦੋਂ ਨਹੀਂ ਸੀ ਪਤਾ ਇਹਨੂੰ। ਜਦੋਂ ਜਿਹੜੀ ਕਹਿਣ ਤੋਂ ਭਾਵ ਕਈ ਵਾਰ ਉੱਥੇ ਬੋਲਿਆ ਜਾਂਦਾ ਇਸ ਕਾਨੂੰਨ ਹੱਥ 'ਚ ਲੈ ਲਿਆ, ਜਿਵੇਂ ਹੁਣ ਜੁਨੀਆਂ ਨਹੀਂ ਬੋਲੀ ਜਾਂਦੀਆਂ ਨੇ, ਕਾਨੂੰਨ ਹੱਥ 'ਚ ਲੈ ਲਿਆ। ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ, ਫਿਰ ਤੁਸੀਂ ਕਿਉਂ ਕਾਨੂੰਨ ਦੀ ਉਲੰਘਣਾ ਕਰਦੇ ਹੋ ਭਾਈ? ਸਰਕਾਰ ਨੇ ਕਾਨੂੰਨ ਬਣਾਇਆ ਵੀ ਖੇਤੀ ਆ ਜਿਹੜੀ, ਜ਼ਮੀਨਾਂ ਨੇ ਜਿਹੜੀਆਂ ਜ਼ਬਤ ਕੀਤੀਆਂ ਜਾਣ, ਇਹਨਾਂ ਤੇ ਸਰਕਾਰੀ ਕਬਜ਼ਾ ਹੋਣਾ ਚਾਹੀਦਾ। ਕਾਲੇ ਕਾਨੂੰਨ ਬਣਾਏ ਨੇ, ਫਿਰ ਤੁਸੀਂ ਭਾਈ ਕਾਨੂੰਨ ਦੀ ਉਲੰਘਣਾ ਕਰਦੇ ਹੋ, ਕਿਉਂ ਧਰਨੇ ਲਾਈ ਬੈਠੇ ਹੋਗੇ? ਸਮਝ ਗਏ ਨਾ ਗੱਲ? ਵੀ ਬੰਦੇ ਦੇ ਕਾਨੂੰਨ ਟੁੱਟਦੇ ਵੀ ਆ, ਬੰਦੇ ਦੇ ਕਾਨੂੰਨ ਬਣਦੇ ਵੀ ਆ, ਪਰ ਰੱਬ ਦਾ ਕਾਨੂੰਨ ਉਹ ਜਾਇਜ਼ ਆ, ਜਾਇਜ਼ ਆ ਨਾ। ਉਹ ਰੱਬ ਦਾ ਕਾਨੂੰਨ ਨਾ ਟੁੱਟਦਾ ਤੇ ਨਾ ਉਹਨੂੰ ਕੋਈ ਬਣਾ ਸਕਦਾ। ਇੱਥੇ ਗੱਲ ਸੀ ਪਰਮੇਸ਼ਰ ਪਰਮਾਤਮਾ ਦਾ ਇੱਕ ਨਿਯਮ ਆ, ਇੱਕ ਕਾਨੂੰਨ ਆ, ਉਹਨੇ ਆਪੇ ਤੈਨੂੰ ਆਪਣੇ ਨਾਲ ਮਿਲਾ ਲੈਣਾ ਹੈ। ਕਦੋਂ? ਬੰਦਾ ਬਣਨ ਤੋਂ ਬਾਅਦ ਨਹੀਂ, ਬੰਦਾ ਬਣਨ ਤੋਂ ਪਹਿਲਾਂ। ਪਿਓ ਦਾ ਇੱਕ ਕਾਨੂੰਨ ਸੀ, ਬਚਪਨ ਦੇ ਵਿੱਚ ਥੋੜ੍ਹੇ ਜਿਹੇ ਵੱਡੇ ਹੋਏ ਉਹਨੇ ਫੜੀ ਬਾਂਹ ਸਾਡੀ ਸਕੂਲ ਵਿੱਚ ਛੱਡ ਆਂਦਾ। ਇਹ ਸਾਡੇ ਪਿਓ ਦੀ ਇੱਕ ਮਰਜ਼ਾਦਾ। ਉਦੋਂ ਬਾਅਦ ਅਸੀਂ ਪੜ੍ਹੀਏ ਨਾ ਪੜ੍ਹੀਏ ਉਹ ਸਾਡੀ ਗੱਲ ਆ, ਉਹਦੀ ਮਰਜ਼ਾਦਾ ਸੀ, ਉਹਨੇ ਸਾਨੂੰ ਸਕੂਲ ਛੱਡ ਆਂਦਾ। ਇਵੇਂ ਜਿਵੇਂ ਪਰਮਾਤਮਾ ਦੀ ਇੱਕ ਮਰਜ਼ਾਦਾ, ਉਹਨੇ ਸਾਨੂੰ ਕਾਂ ਕੁੱਤਿਆਂ ਦੇ ਜੀਵਨ ਚੋਂ ਕੱਢ ਕੇ ਬੰਦੇ ਬਣਾਤਾ
ਤੇ ਬੰਦੇ ਨੂੰ ਗੁਰੂ ਦੀ ਸ਼ਰਨ 'ਚ ਰੱਖ ਲਿਆ। ਸਮਝ ਗਏ ਨਾ? ਇੱਥੇ ਆ ਗੱਲ ਕਹੀ ਆ। ਚਲੋ ਮਾਫ ਕਰਨਾ, ਮੈਂ ਗਲਤ ਵੀ ਹੋ ਸਕਦਾਗਾ, ਕਿਉਂਕਿ ਵਿਆਖਿਆ ਜਿਹੜੀ ਇਹ ਅਗਾਧ ਬੋਧ ਆ। ਕੋਈ ਇਹਨੂੰ ਕਿਸ ਨਜ਼ਰੀਏ 'ਚ ਕਰਦਾ ਤੇ ਕੋਈ ਇਹਨੂੰ ਕਿਸ ਨਜ਼ਰੀਏ 'ਚ ਕਰਦਾ, ਪਰ ਕੋਸ਼ਿਸ਼ ਹੁੰਦੀ ਆ ਤੇ ਕੋਸ਼ਿਸ਼ ਕਰਨੀ ਵੀ ਚਾਹੀਦੀ ਆ। ਗੁਰਬਾਣੀ ਦੀ ਵਿਚਾਰ ਗੁਰਬਾਣੀ ਦੇ ਚਾਨਣ 'ਚ ਕੀਤੀ ਜਾਵੇ ਤਾਂ ਵਧੀਆ। ਗੁਰਬਾਣੀ ਦੀ ਵਿਚਾਰ ਨਾ ਗੁਰਬਾਣੀ ਦੇ ਚਾਨਣ 'ਚ ਕੀਤੀ ਜਾਵੇ। ਇੱਕ ਉਦਾਹਰਨ ਲਈਏ, ਇੱਥੇ ਮੰਨ ਲਵੋ ਬਿਜਲੀ ਖਰਾਬ ਹੋ ਗਈ। ਬਿਜਲੀ ਖਰਾਬ ਹੋ ਗਈ ਨਾ, ਫਾਲਟ ਪੈ ਗਿਆ, ਕੋਈ ਹਨੇਰਾ ਗਾ, ਬਿਜਲੀ ਖਰਾਬ ਹੋ ਗਈ, ਬਿਜਲੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਫਲਟ ਪੈ ਗਿਆ, ਤੇ ਚੇਤਾ ਰੱਖਿਓ ਮਦਦ ਕਾਹਦੀ ਲੈਣੀ ਪੈਂਦੀ ਆ? ਚਾਨਣ ਦੀ ਕੋਈ ਲੈਣੀ ਪੈਂਦੀ ਆ, ਮਤਲਬ ਪ੍ਰਕਾਸ਼ ਦੀ ਕੋਈ ਮਦਦ ਲੈਣੀ ਪੈਂਦੀ ਆ। ਸਾਡੀ ਜ਼ਿੰਦਗੀ ਹੈ ਬਿਜਲੀ ਵਰਗੀ, ਬਹੁਤ ਵੱਡਾ ਸਾਡੇ ਅੰਦਰ ਗਿਆਨ ਦੁਨਿਆਵੀ ਵਿਦਿਆ ਦਾ, ਬੜੀ ਅਕਲ ਆ ਸਾਨੂੰ। ਬੰਦਾ ਬਹੁਤ ਤਕੜੇ ਤਕੜੇ ਕੰਮ ਕਰਦਾ, ਕਹਿੰਦਾ ਮੇਰੇ ਵਰਗਾ ਕੌਣ ਆ, ਮੈਨੂੰ ਬੜੀ ਅਕਲ ਆ। ਪਰ ਕਈ ਵਾਰ ਜ਼ਿੰਦਗੀ 'ਚ ਫਲਟ ਪੈ ਜੇ, ਅਗਿਆਨਤਾ ਦਾ ਹਨੇਰਾ ਹੁੰਦਾ, ਤੇ ਉਦੋਂ ਗੁਰਬਾਣੀ ਗਿਆਨ ਦਾ ਪ੍ਰਕਾਸ਼ ਕਰਕੇ ਆਪਣੀ ਜ਼ਿੰਦਗੀ 'ਚੋਂ ਅਸੀਂ ਫਲਟ ਕੱਢਣਾ ਹੁੰਦਾ। ਆਪਣੀ ਜ਼ਿੰਦਗੀ 'ਚੋਂ ਅਸੀਂ ਕੋਈ ਵੀ ਨੁਕਸ਼ਾ ਉਹਨੂੰ ਖਤਮ ਕਰਨਾ ਹੁੰਦਾ। ਇਵੇਂ ਗੁਰੂ ਸਾਹਿਬ ਨੇ ਕਿਹਾ, ਗੁਰਬਾਣੀ ਦਾ ਪ੍ਰਕਾਸ਼ ਆ ਜਿਹੜਾ, ਬਹੁਤ ਅਹਿਮ ਪ੍ਰਕਾਸ਼ ਆ। ਗੁਰਬਾਣੀ ਦੀ ਵਿਚਾਰ ਵੀ ਗੁਰਬਾਣੀ ਦੇ ਪ੍ਰਕਾਸ਼ ਵਿੱਚ ਹੋਵੇ, ਤੇ ਗੁਰਬਾਣੀ ਦਾ ਪ੍ਰਕਾਸ਼ ਤੇਰੇ ਜੀਵਨ 'ਚੋਂ ਭਾਈ ਫਲਟ ਕੱਢਣ ਦਾ। ਜਿਵੇਂ ਬਿਜਲੀ ਠੀਕ ਹਨੇਰੇ 'ਚ, ਬਿਜਲੀ ਦੇ ਪ੍ਰਕਾਸ਼ ਵਿੱਚ ਹੀ ਕੀਤੀ ਜਾਂਦੀ ਆ, ਹਨੇਰੇ 'ਚ ਨਹੀਂ ਕੀਤੀ ਜਾਂਦੀ। ਇਵੇਂ ਜਿਵੇਂ ਸਾਡੀ ਜ਼ਿੰਦਗੀ 'ਚ ਅਗਿਆਨਤਾ ਦਾ ਹਨੇਰਾ ਹੋਵੇ, ਅਗਿਆਨਤਾ ਦੇ ਹਨੇਰੇ 'ਚ ਵਿਆਖਿਆ ਨਹੀਂ ਹੁੰਦੀ। ਤਾਈਓ ਕਿਹਾ ਜਾਂਦਾ ਵਿਆਖਿਆ ਕਰਨੀ ਔਖੀ ਆ। ਚਲੋ ਵਾਹਿਗੁਰੂ ਭਲਾ ਕਰੇ। ਇੱਥੇ ਪਾਤਸ਼ਾਹ ਲਿਖਿਆ ਆਪੇ ਮੇਲ ਲਏ, ਇਹਦੀ ਵਿਆਖਿਆ ਆਪਾਂ ਕਰ ਲਈ। ਅੱਗੇ, ਜਬ ਤੇ ਸਰਨ ਤੁਮਾਰੀ ਆਏ, ਜਿੱਦੇ ਨਾ ਮੈਂ ਤੇਰੀ ਸ਼ਰਨ 'ਚ ਆ ਗਿਆ ਨਾ। ਅੱਗੇ ਕੀ ਲਿਖਿਆ ਗਾ? ਤਬ ਤੇ ਦੋਖ ਗਏ, ਦੋਖ ਤੋਂ ਭਾਵ ਦੁੱਖ। ਉਦੋਂ ਦੇ ਨਾ ਦੁੱਖ ਹੀ ਖਤਮ ਹੋ ਗਏ, ਦੁੱਖ ਖਤਮ ਹੋ ਗਏ ਉਦੋਂ ਦੇ। ਹੁਣ ਅੱਖਰੀ ਅਰਥ ਕੀ ਆ? ਉਹ ਆਪਾਂ ਪਹਿਲਾਂ ਵਿਚਾਰ ਕੀਤੇ ਵੀ ਅੱਖਰੀ ਅਰਥ ਕਰਨ ਤੋਂ ਬਾਅਦ ਵਿਆਖਿਆ ਹੁੰਦੀ ਆ, ਤੇ ਅੱਖਰੀ ਅਰਥ ਤਾਂ ਸਾਨੂੰ ਸਟੀਕ 'ਚੋਂ ਮਿਲ ਜਾਂਦੇ ਨੇ ਨਾ, ਗੁਟਕਾ ਸਾਹਿਬ ਤੇ ਵੀ ਅੱਖਰੀ ਅਰਥ ਲਿਖੇ ਹੁੰਦੇ ਨੇ, ਪਰ ਉਦੋਂ ਬਾਅਦ ਵਿਆਖਿਆ ਹੁੰਦੀ ਹੈ ਮਤਲਬ ਕੀ ਬਣ ਗਿਆ ਇਹਦਾ। ਹੁਣ ਇੱਕ ਤਾਂ ਪਾਤਸ਼ਾਹ ਨੇ ਕਿਹਾ ਕਿ ਜਿੱਦਾਂ ਦਾ ਮੈਂ ਤੇਰੀ ਸ਼ਰਨ 'ਚ ਆ ਗਿਆ ਨਾ, ਮੇਰੇ ਸਾਰੇ ਦੁੱਖ ਕੱਟੇ ਗਏ। ਹੁਣ ਇੱਕ ਸਾਡੇ ਤੇ ਫਿਰ ਪ੍ਰਸ਼ਨ ਆ, ਜੇ ਆਪਾਂ ਪੁੱਛੀਏ ਭਾਈ ਤੁਸੀਂ ਸਾਰੇ ਸੁਖੀ ਹੋ, ਤੇ ਨਹੀਂ ਆਪਣੇ ਅੰਦਰ ਦੀ ਭਾਵਨਾ ਕੀ? ਨਹੀਂ ਉਹ ਭਰਾਵਾ ਬੜੇ ਦੁਖੀ ਆ, ਬੜੇ ਦੁਖੀ ਆ, ਕੀ ਦੱਸੀਏ, ਬਹੁਤ ਜ਼ਿਆਦਾ ਦੁਖੀ ਆ। ਤੇ ਜੇ ਗੁਰੂ ਨੂੰ ਪੁੱਛੀਏ, ਗੁਰੂ ਕਹਿੰਦਾ ਘਰ ਘਰ ਇਹਾ ਅੱਗ, ਮੈਂ ਜਾਣਿਆ ਦੁੱਖ ਮੁਝ ਕੂ। ਮੈਂ ਸਮਝਿਆ ਸੀ ਮੈਨੂੰ ਦੁੱਖ ਆ, ਜਦੋਂ ਮੈਂ ਧਿਆਨ ਉੱਚਾ ਕਰਕੇ ਵੇਖਿਆ ਨਾ ਸਾਰੇ ਹੀ ਦੁਖੀ ਨੇ। ਨਾਨਕ ਦੁਖੀਆ ਸਭ ਸੰਸਾਰ, ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਇੱਥੇ ਨਾਨਕ ਨੇ ਕਿਹਾ, ਨਾਨਕ ਦੁਖੀ ਨਹੀਂ ਹੈ। ਉਹ ਤਾਂ ਮਹਾਂਪੁਰਖ ਆ ਨਾ, ਸੱਚਾ ਮਹਾਂਪੁਰਖ ਆਗਾ, ਝੂਠਾ ਨਹੀਂ। ਹੁਣ ਪਾਤਸ਼ਾਹ ਨੇ ਹਵਾਲਾ ਦਿੱਤਾ ਗਾ ਵੀ ਭਾਈ ਇੱਥੇ ਤਾਂ ਨਾ ਭਾਵੇਂ ਜਨਮੇਜਾ, ਭਾਵੇਂ ਕੋਈ ਇਹ ਰਾਮ ਆ, ਭਾਵੇਂ ਕੋਈ ਲਛਮਣ ਆ, ਭਾਵੇਂ ਕੋਈ ਰਾਵਣ ਆ, ਭਾਵੇਂ ਕੋਈ ਕਿਸੇ ਵੀ ਤਰ੍ਹਾਂ ਦਾ ਮਨੁੱਖ, ਸਾਰੇ ਦੁਖੀ ਨੇ, ਤੇ ਸੱਚੀ ਗੱਲ ਆ। ਇੱਥੇ ਅੱਖਰੀ ਅਰਥ ਤਾਂ ਬਣ ਗਏ ਵੀ ਮਾਲਕ ਜੀ ਜਿੱਦਾਂ ਦਾ ਮੈਂ ਤੇਰੀ ਸ਼ਰਨ 'ਚ ਆਇਆ ਤੇ ਮੇਰੇ ਦੁੱਖ ਕੱਟੇ ਗਏ। ਪਰ ਇਹ ਗੱਲ ਗੁਰੂ ਨੇ ਤਾਂ ਕਹਿਤੀ, ਤੇ ਆਪਾਂ ਇਸ ਨੂੰ ਆਪਣੇ ਤੇ ਲਗਾ ਕੇ ਦੇਖਣਾ, ਅਜ਼ਮਾ ਕੇ ਵੇਖਣਾ ਵੀ ਸਾਡੇ 'ਚ ਹਿੰਮਤ ਹੈ ਇਹ ਗੱਲ ਕਹਿਣ ਦੀ ਵੀ ਪਾਤਸ਼ਾਹ ਜਿੱਦਾਂ ਦਾ ਨਾ ਮੈਂ ਤੇਰੀ ਸ਼ਰਨ 'ਚ ਆਉਣ ਲੱਗਿਆ, ਮੇਰੇ ਤਾਂ ਦੁੱਖ ਹੀ ਕੱਟੇ ਗਏ। ਨਾ, ਹੈ ਹੀ ਨਹੀਂ। ਕਹਿ ਦੇਵਾਂਗੇ ਕੋਈ ਵੱਡੀ ਗੱਲ ਨਹੀਂ, ਪਰ ਅਸਲੀਅਤ ਕੀ ਆ? ਕਹਿਣ ਤੋਂ ਬਾਅਦ ਮਨ ਫੇਰ ਕਹਿੰਦਾ ਕੱਟੇ ਨਹੀਂ ਗਏ, ਮਨ ਫੇਰ ਕਹਿੰਦਾ ਨਾ ਠੀਕ ਹੋਏ ਨਹੀਂ, ਮਨ ਕਹਿੰਦਾ ਨਾ। ਪਰ ਅਸਲ ਦੇ ਵਿੱਚ ਗੱਲ ਕੀ ਆ? ਜਿਹੜੀ ਅਸਲੀਅਤ ਆ ਉਹ ਕੀ ਆ? ਪਾਤਸ਼ਾਹ ਜੀ ਨੇ ਅਸਲੀਅਤ ਦੱਸੀ ਹੈ ਇੱਥੇ। ਜਿੱਦੇ ਨਾਲ ਮੈਂ ਮਨੁੱਖਾ ਸਰੀਰ ਵਿੱਚ ਨਹੀਂ ਸੀ, ਪਹਿਲੀ ਪੰਕਤੀ ਨਾਲ ਮਿਲਵੀਂ ਵਿਆਖਿਆ ਨਾ, ਕਿਉਂਕਿ ਲੜੀਵਾਰ ਵਿਆਖਿਆ ਇਉਂ ਹੀ ਹੁੰਦੀ ਆ। ਜਿੱਦਾਂ ਦਾ ਮੈਂ ਇਹ ਸਰੀਰ ਵਿੱਚ ਨਹੀਂ ਸੀ, ਮੰਨ ਲਵੋ ਆਪਾਂ ਫਾਰਮੂਲਾ ਸਮਝਣ ਦੇ ਲਈ, ਅਸੀਂ ਸੀ ਪਹਿਲਾਂ ਸੱਪ,
ਸੱਪ ਦੇ ਰੂਪ 'ਚ ਸੀ ਤੇ ਸਾਨੂੰ ਕੋਈ ਵੀ ਨਾ ਦੇਖ ਕੇ ਜਰਦਾ ਨਹੀਂ ਸੀ। ਅਸੀਂ ਕਿਸੇ ਨੂੰ ਦਿਖਾਈ ਦੇ ਦਿੰਦੇ ਸੀ ਤਾਂ ਅਗਲਾ ਝੱਟ ਡਾਂਗ ਚੱਕ ਲੈਂਦਾ ਸੀ। ਐਦੂ ਵੱਡਾ ਦੁੱਖ ਕੀ ਹੋ ਭਲਾ, ਸੋਚੋ। ਅਸੀਂ ਸੀ ਪਹਿਲਾਂ ਪਸ਼ੂ, ਸਾਨੂੰ ਰਿਸ਼ਤੇ ਦਾ ਪਤਾ ਹੀ ਨਹੀਂ ਸੀ, ਕੌਣ ਮਾਂ ਕੌਣ ਧੀ ਕੌਣ ਕੀ ਆ, ਪਤਾ ਹੀ ਨਹੀਂ ਸੀ ਕੋਈ। ਮਾਲਕ ਜੀ ਬਹੁਤ ਵੱਡਾ ਦੁੱਖ ਸੀ ਜਿੱਥੇ ਰਿਸ਼ਤਿਆਂ ਦੀ ਪਹਿਚਾਣ ਨਾ ਹੋਵੇ, ਬਹੁਤ ਭੈੜਾ ਦੁੱਖ ਆ। ਤੇ ਜਿਹੜਾ ਸਭ ਤੋਂ ਵੱਡਾ ਨਾ ਅੱਜ ਸਾਡੇ ਸਮਾਜ ਨੂੰ ਰੋਗ ਚੁੰਬੜਿਆ ਹੋਇਆ, ਇਹ ਰਿਸ਼ਤਿਆਂ ਦੀ ਨਾ ਪਹਿਚਾਣ ਕਰਕੇ ਹੀ ਹੈ। ਰਿਸ਼ਤਿਆਂ ਦੀ ਪਹਿਚਾਣ ਆ ਜਿਹੜੀ ਨਾ ਸਾਡੀ ਖਤਮ ਹੋ ਚੁੱਕੀ ਆ, ਜਿਹਨੂੰ ਆਪਾਂ ਪਿਆਰ ਕਹਿ ਦਈਏ। ਹੁਣ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਜਦੋਂ ਅਸੀਂ ਨਾ ਕਿਸੇ ਕਾਂ ਕੁੱਤੇ ਦੇ ਰੂਪ ਸੀ, ਸਾਨੂੰ ਪਹਿਚਾਣ ਹੀ ਨਹੀਂ ਸੀਗੀ, ਕੀ ਕਰਨਾ ਕੀ ਨਹੀਂ ਕਰਨਾ, ਕੋਈ ਸੁੱਧ ਨਹੀਂ ਕੋਈ ਬੁੱਧ ਨਹੀਂ, ਕੋਈ ਮਤਲਬ ਨਹੀਂ ਸਾਨੂੰ। ਚਲੋ ਠੀਕ ਆ, ਉਹ ਇੱਕ ਅਲੱਗ ਵਿਸ਼ਾ। ਹਰ ਇੱਕ ਜੂਨ ਦੇ ਵਿੱਚ ਰਹਿਣ ਵਾਲਾ ਹਰ ਇੱਕ ਜੀਵ ਉਹ ਆਪੋ ਆਪਣੀ ਥਾਂ ਤੇ ਸੰਤੁਸ਼ਟ ਆ, ਉਹ ਇੱਕ ਅਲੱਗ ਵਿਸ਼ਾ। ਪਰ ਉਦੋਂ ਦੁੱਖ ਬਹੁਤ ਸੀ, ਨਾ ਸਾਡੇ ਵਾਸਤੇ ਕੋਈ ਸਪੈਸ਼ਲ ਸਕੂਲ ਸੀ, ਦੁੱਖ ਆ ਬਹੁਤ ਵੱਡਾ। ਨਾ ਕੋਈ ਸਾਡੇ ਵਾਸਤੇ ਸਪੈਸ਼ਲ ਖਾਣਾ ਸੀ, ਬਹੁਤ ਵੱਡਾ ਦੁੱਖ ਆ। ਤੇ ਹੁਣ ਜੇ ਆਪਾਂ ਆਹ ਸਾਰੀਆਂ ਗੱਲਾਂ ਬੰਦੇ ਦੇ ਜੀਵਨ ਨਾਲ ਮਿਲ ਕੇ ਵੇਖੀਏ, ਬੰਦੇ ਕੋਲ ਤਾਂ ਪਕਵਾਨ ਵੀ ਤਰ੍ਹਾਂ ਤਰ੍ਹਾਂ ਦੇ ਆ। ਹੁਣ ਮੱਝਾਂ ਦੀ ਤੂੜੀ ਦਾ ਕੋਠਾ ਇੱਕੋ ਹੀ ਭਰਤਾ, ਚੱਲ ਛਕੀ ਚਲੋ ਭਾਈ ਸਾਲ ਭਰ। ਬੰਦੇ ਕੋਲੇ ਤਾਂ ਬਹੁਤ ਪਕਵਾਨ ਨੇ, ਫਰੂਟ ਨੇਗੇ ਖਾਣ ਪੀਣ ਦੇ ਲਈ ਆ, ਦੁੱਧ ਦਹੀਂ ਆ, ਬੜਾ ਕੁਛ ਹੈਗਾ, ਪਰ ਫਿਰ ਵੀ ਬੰਦਾ ਸਾਲਾ ਮਾਰਦਾ। ਬੰਦੇ ਕੋਲੇ ਤਾਂ ਬਹੁਤ ਕੁਛ ਆ, ਹਨਾ। ਬੰਦੇ ਨੂੰ ਪਰਖ ਵੀ ਆ, ਪਹਿਚਾਣ ਵੀ ਆ, ਕੌਣ ਕੀ ਆ ਕੌਣ ਕੀ ਨਹੀਂ ਹੈ, ਸਾਰਾ ਪਤਾ ਨਾ। ਹੁਣ ਗੁਰੂ ਸਾਹਿਬ ਕਹਿੰਦੇ ਜਦੋਂ ਮੈਂ ਮਨੁੱਖਾ ਸਰੀਰ ਵਿੱਚ ਨਹੀਂ ਸੀ ਆਇਆ, ਉਦੋਂ ਪਹਿਲਾਂ ਮੈਨੂੰ ਦੁੱਖ ਹੀ ਦੁੱਖ ਸੀ। ਕੀੜੀ ਦੇ ਰੂਪ ਸੀ, ਜਿਹਦਾ ਜੀ ਕਰਦਾ ਸੀ ਉਹੀ ਪੈਰ ਧਰ ਕੇ ਮਾਰ ਦਿੰਦਾ ਸੀ। ਕੀੜੀ ਦੇ ਰੂਪ ਸੀ ਨਾ, ਦੁੱਖ ਸੀ ਬਹੁਤ ਵੱਡਾ। ਪਰ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨਾ, ਮਾਲਕ ਜੀ ਜਦੋਂ ਦਾ ਮੈਂ ਆਪ ਜੀ ਦੇ ਹੁਕਮ ਵਿੱਚ ਬੱਧਿਆ ਹੋਇਆ, ਜਬ ਤੇ ਸਰਨ ਤੁਮਾਰੀ ਆਏ। ਜਿੱਦਾਂ ਦਾ ਮੈਂ ਬੰਦਾ ਬਣ ਕੇ ਨਾ, ਬੰਦਾ ਬਣਨ ਤੋਂ ਬਾਅਦ ਮਨ ਕਰਕੇ ਤੇਰੀ ਸ਼ਰਨ ਚ ਆ ਗਿਆ, ਮਤਲਬ ਮਨ ਕਰਕੇ ਤੇਰੀ ਸ਼ਰਨ ਚ ਪੈ ਗਿਆ, ਤੇਰੇ ਹੁਕਮ ਵਿੱਚ ਆ ਗਿਆ, ਤੇ ਉਦੋਂ ਦੇ ਦੁੱਖ ਹੀ ਖਤਮ ਹੋ ਗਏ। ਜੋ ਆਪਾਂ ਗੱਲ ਪਹਿਲੀ ਕੀਤੀ ਹੈ, ਇੱਥੇ ਦੁਨਿਆਵੀ ਤਲ ਤੇ ਨਾ ਗੱਲ ਨੂੰ ਲਾਇਓ ਵੀ ਕਿਹੜੇ ਦੁੱਖ, ਇਹ ਸਰੀਰਕ ਤਲ ਤੇ ਦੁੱਖ, ਬੁਖਾਰ ਚੜ੍ਹਦਾ, ਟਾਈਫਾਇਡ ਹੋਇਆ ਪਿਆ, ਨਹੀਂ ਚੇਤਾ ਰੱਖਿਓ ਗੁਰੂ ਗ੍ਰੰਥ ਸਾਹਿਬ ਨੇ ਠੀਕ ਨਹੀਂ ਕਰਨਾ। ਲੱਗੂ ਗੱਲ ਬੁਰੀ, ਪਰ ਬਾਬੇ ਜ਼ਰੂਰ ਕਹਿਣਗੇ, ਕਹਿੰਦੇ ਗੁਰਦੁਆਰੇ ਆ ਜਾਓ ਤੇ ਨਾ ਆ ਜਾਓ, ਤੁਸੀਂ ਤੋਂ ਲੈ ਜਾਓ ਜਲ, ਲੈ ਜਾਓ ਇੱਥੋਂ, ਐਂ ਕਰ ਲਿਓ, ਜਾ ਕਰ ਲਿਓ, ਧਾਗਾ ਤਬੀਤ ਪਾ ਲਿਓ, ਬਸ ਠੀਕ ਹੋ ਜਾਓਗੇ, ਥੋੜਾ ਥੋੜਾ ਜਿਹਾ ਪਵਾ ਲਿਓ ਨਾ। ਸਰੀਰ ਨੂੰ ਕੋਈ ਬਿਮਾਰੀ ਆ ਤੇ ਡਾਕਟਰ ਤੋਂ ਬਿਨਾਂ ਠੀਕ ਨਹੀਂ ਹੋਵੇਗਾ, ਇਹਦਾ ਮਿਸਤਰੀ ਡਾਕਟਰ ਆ। ਹੁਣ ਟਰੈਕਟਰ ਨੂੰ ਕੋਈ ਪ੍ਰੋਬਲਮ ਆ, ਦੇਖੋ ਆਪਾਂ ਸਾਰੇ ਕਿਸਾਨ ਵੀਰ ਆ, ਗੱਡੀਆਂ ਮੋਟਰਸਾਈਕਲ ਚਲਾਉਣ ਵਾਲੇ ਆ, ਕੋਈ ਮੋਟਰਸਾਈਕਲ 'ਚ ਕੋਈ ਗੱਡੀ 'ਚ ਕੋਈ ਟਰੈਕਟਰ 'ਚ ਫਲਟ ਪੈ ਜੇ, ਤੁਹਾਡੇ 'ਚੋਂ ਕੋਈ ਵੀ ਅਜਿਹਾ ਨਹੀਂ ਹੋਣਾ ਜਿਹੜਾ ਕਵੇ ਵੀ ਲੈ ਮੈਂ ਨਾ ਭੱਜ ਕੇ ਟਰੈਕਟਰ ਦੇ ਥੌਲਾ ਪਵਾ ਲਿਆ ਮਾਂ ਤੇ ਟਰੈਕਟਰ ਚੱਲ ਪਊਗਾ। ਇੱਦਾਂ ਦਾ ਕੋਈ ਵੀ ਨਹੀਂ ਹੋਣਾਗਾ। ਹਾਂ, ਉਹ ਇੱਕ ਬੰਦੇ ਦੀ ਅਗਿਆਨਤਾ ਹੋ ਜੇ, ਐਵੇਂ ਲੀਰਾਂ ਜੀਆਂ ਬੰਨੀ ਫਿਰੂ ਟਰੈਕਟਰ ਨਾਲ, ਗੱਡੀ ਨਾਲ ਐਵੇਂ ਧਾਗੇ ਜੇ ਬੰਨੀ ਫਿਰੂਗਾ ਵੀ ਬਚ ਜਾਗੇ, ਖਰਾਬ ਨਹੀਂ ਹੋ, ਨਾ ਨਾ ਨਾ, ਉਹ ਪਖੰਡ ਹੈਗਾ। ਉਹ ਆਪਣੀ ਬੁੱਧੀ ਦਾ ਦੁਆਲਾ ਨਿਕਲਿਆ ਪਿਆ, ਉਹਨੂੰ ਐਂ ਕਹਾਂਗੇ ਵੀ ਸਾਨੂੰ ਅਕਲ ਨਹੀਂ ਧੇਲੇ ਦੀ, ਅਸੀਂ ਇੱਦਾਂ ਦੇ ਕੰਮ ਕਰਦੇ ਹਾਂ। ਬੜੇ ਹੁੰਦੇ ਨਾ ਸਟੇਅਰਿੰਗ ਨੇ ਕਿੰਨੇ ਧਾਗੇ ਬੰਨੇ ਪਏ ਨੇ, ਮੂਹਰੇ ਛੱਤਰ ਬੰਨ ਦਿੰਦੇ ਨੇਗੇ, ਕਾਲਾ ਜਿਹਾ ਨਜ਼ਰ ਬੱਟੂ ਜਿਹਾ ਟੰਗ ਲੈਂਦੇ ਨੇ, ਕਹਿੰਦੇ ਖਰਾਬ ਨਾ ਹੋ ਜਾਏ, ਕਿਤੇ ਨਜ਼ਰ ਨਾ ਲੱਗ ਜਾਏ। ਨਹੀਂ, ਜਦੋਂ ਫਲਟ ਪੈ ਗਿਆ ਤਾਂ ਉਹਨੂੰ ਮਿਸਤਰੀ ਠੀਕ ਕਰੂਗਾ, ਬਸ ਗੱਲ ਕਹਾਣੀ ਖਤਮ। ਭੈਣਾਂ ਰਸੋਈ 'ਚ ਕੰਮ ਕਰਦੀਆਂ, ਗੈਸ ਚੱਲਦਾ ਗਾ, ਸਿਲੰਡਰ ਚੱਲਦਾ ਗਾ, ਮੰਨ ਲਵੋ ਕੋਈ ਟੂਟੀਆਂ ਚੱਲਦੀਆਂ ਨੇਗੀਆਂ, ਫਲਟ ਪੈ ਜੇ ਤੇ ਦੇਖੋ ਭੈਣੋ, ਸਰੀਰ 'ਚ ਫਲਟ ਪੈਂਦਾ, ਆਪਾਂ ਥੌਲੇ ਪਾਉਣ ਭੱਜ ਜਾਂਦੇ ਹਾਂ, ਬਾਬਿਆਂ ਕੋਲੇ ਪਾਣੀ ਕਰਾਉਣ ਭੱਜ ਜਾਂਦੇ ਹਾਂ, ਬਾਬਿਆਂ ਕੋਲੇ ਪੁੱਛਾਂ ਲੈਣ ਭੱਜ ਜਾਂਦੇ ਹਾਂ। ਰਸੋਈ ਵਿੱਚ ਨਾ ਗੈਸ ਵਿੱਚ ਕੋਈ ਫਲਟ ਪੈ ਗਿਆ, ਬਿਜਲੀ 'ਚ ਫਲਟ ਪੈ ਗਿਆ, ਕਿਸੇ ਟੂਟੀ 'ਚ ਫਲਟ ਪੈ ਗਿਆ, ਤੇ ਉਹ ਮਿਸਤਰੀ ਨੂੰ ਬੁਲਾਉਣਾ ਪੈਂਦਾ, ਪਲੰਬਰ ਮਿਸਤਰੀ ਨੂੰ ਬੁਲਾਉਣਾ ਪੈਂਦਾ, ਹੈ ਨਾ। ਬਿਜਲੀ ਦੇ ਕੰਮ ਕਰਨ ਵਾਲੇ ਵੀਰ ਨੂੰ ਬੁਲਾਉਣਾ ਪੈਂਦਾ ਗਾ। ਜੇ ਬੁਲਾਉਣਾ ਪੈਂਦਾ ਨਾ, ਸਿੱਖਿਆ ਮਿਲ ਗਈ ਸਾਨੂੰ, ਸਰੀਰ 'ਚ ਫਲਟ ਪੈ ਗਿਆ, ਇਹਨੂੰ ਵੀ ਡਾਕਟਰ ਕੋਲੇ ਲੈ ਕੇ ਜਾਣਾ ਪਊਗਾ, ਜਿਹੜਾ ਜਾਣਕਾਰ ਆ, ਮਾਹਰ ਆ ਜਿਹੜਾ, ਉਹਦੇ ਕੋਲੇ ਲੈ ਜਾਓ, ਉਹ ਠੀਕ ਕਰ ਦੂਗਾ। ਅੱਗੇ ਵਾਹਿਗੁਰੂ ਪਰਮੇਸ਼ਰ ਨੇ, ਮਾਲਕ ਨੇ ਕਿਰਪਾ ਕਰਨੀ ਹੈ, ਠੀਕ ਹੈ ਨਾ। ਇੱਥੇ ਹੁਣ ਸਿੱਧ ਕੀ ਹੋ ਗਿਆ, ਪਾਤਸ਼ਾਹ ਜੀ ਜਿੱਦੇ ਦਾ ਮੈਂ ਤੇਰੀ ਸ਼ਰਨ 'ਚ ਹੈ, ਮਤਲਬ ਕਿ ਜੰਮਣ ਤੋਂ ਪਹਿਲਾਂ ਮੈਂ ਤੇਰੀ ਸ਼ਰਨ ਵਿੱਚ ਨਹੀਂ ਸੀ,
पर जिद्दे ना मैं माता दे गर्भ च 9 महीनों का पड़ा पास करन तो बाद इस धरती ते पहुंचिया ना, मेरे सारे दुख खत्म हो गए, बख्शिश हो गई। मैं सरदार कहाउणा, पहले तो मैं सूर कहाउंदा सी, हुण मैं सरदार कहाउणागा। पातशाह पहला तो मैं सप कहाउंदा सी, चूहा चड़ा कहाउंदा सी, इक्को ही नां टिकिया हुआ सी, क्वालिटी कोई नहीं सोचा। पर वाहिगुरू जी हुण मेरे च तां बड़ी वधिया क्वालिटी है, मैनूं तूं दिमाग दिता, विचार दिते, बड़े वधिया वधिया थॉट दिते, ये तेरी किरपा की। मैं तेरी शरण जिस दिन आया ना, मैं सारे दुखां तो मुक्त हो गया। नंबर 2 विचार दा हिस्सा अगला, मतलब जिद्दे ना मैं सरीरक तल ते तेरी बाणी सुनन लग गया, बाणी पढ़न लग गया, बाणी दी विचार जिंदगी च अपना ली, उदे दे भी दुख दूर हो गए। पहला मैनूं दुख सी इवें किसी ते मच्छी जे जाना, वो घर पाई जांदा जी, वो गड्डी लिया जी, वो ट्रैक्टर लिया, ये साडी सारिਆਂ दी आदत आ। मैं तां ना कदे कदे सोचदा हुन्ना, जदों कोई भी वीर किसी तरह की कोई वधिया चीज़ लेके आउंदा ना, चलो साडे च इन्नी क ताकत तां नहीं है भी असीं उहदा धन्नवाद कर दईए, भरावा धन्नवाद तूं गड्डी लिआया ना, जिद्दे मैनूं लोड़ पैगी मैं ले जाऊंगा, धन्नवाद तेरा। जे तां इह बख्शिश है तां शुकर आ दाते दा, धन्नवाद ਉਹ परमेश्वर ਦਾ ਜਿਹਨੇ ਸਾਨੂੰ ਐਡਾ ਵੱਡਾ ਜਿਗਰਾ ਦਿੱਤਾ, ਅਸੀਂ ਕਿਸੇ ਦਾ ਧੰਨਵਾਦ ਕਰਤਾ। ਤੇ ਨਹੀਂ ਦੂਜਾ ਪੁਆਇੰਟ ਕੀ ਆ, ਆਹ ਗੱਲ ਤਾਂ ਸਾਡੇ ਅੰਦਰ ਜ਼ਰੂਰ ਹੋ, ਪਤਾ ਨਹੀਂ ਕੀ ਕਰਾਉਣੀ ਸੀ ਇਹਨੇ। इत्थों सिद्ध की हो गया भी साथों जरी नहीं जाती, मतलब साथों किसी की कोठी, किसी की गड्डी, किसी का चंगा कारोबार जरिया नहीं जाता गा। उत्थे सब तो वधिया गल ये आ, तुसी अपने मन ते ना लाओ, अपना मूँह पासे कर लो, शाबाश भाई, बस इन्नी गल कह के मूँह पासे कर लो, क्योंकि अपने ध्यान च ना लेके आओ। ਜਦੋਂ ਧਿਆਨ 'ਚ ਗੱਲ ਆਂਦੀ ਨਾ ਤੇ ਫਿਰ ਸਾਨੂੰ ਬਾਰ-ਬਾਰ ਉਹ ਗੱਲ ਸਤਾਉਂਦੀ ਹੈ। ਮਤਲਬ ਇਹਨੂੰ ਕਿਹਾ ਜਾਂਦਾ ਵੀ ਆਪਣੇ ਆਪ ਨੂੰ ਵੱਡੇਪਣ 'ਚ ਲੈ ਕੇ ਆਓ, ਕਿਸੇ ਨੂੰ ਦੇਖ ਕੇ ਸੜੋ ਨਾ, ਇਹ ਬਿਮਾਰੀ ਆ। ਈਰਖਾ, ਵੈਰ, ਵਿਰੋਧ ਇਦਾਂ ਦਾ ਨਾ ਕਰੋ, ਠੀਕ ਹੈ ਨਾ। ਨਹੀਂ ਸਾਡਾ ਸੁਭਾਅ ਹੁੰਦਾ ਵੀ ਕਿਸੇ ਨੂੰ ਟੋਕਣਾ, मेरी आदत कि चलो जिन्नी कि मेरी आदत भी आप अखां तो अगले परोखे कर दो, जिन्हों कोई शाबाशी मिलती है धन्नवाद भाई तेरा, कोई वधिया किसी कारोबार च शुक्र आ भाई तेरा, वाहिगुरू ने तेनों कृपा की आ, इन्नी गल कह के पासे हो जो, ठीक है वधिया गल आ, कोई चढ़दा तरक्की करदा शाबाशी आ, पर सड़ो बड़ो ना, ये बीमारी आ। पर ये बीमारी कट्टी कित्थे जाऊगी, गुरु कोले आके इत्थे कट्टी जाऊगी। असा जो आप बीमारियां तो खड़ा छडाउण लग गए ना, असल बंदे बनांगी फिर आपां, फिर बंदे बनांगे, उन्ना टाइम नहीं बंदे बनांगे। नहीं तो माफ़ करना, गुरु घरां च भी यही कुछ सिखाया जाता, 40 दिन आ जाओ, 20 दिन आ जाओ, 30 दिन आ जाओ, तुहाडी सुख पूरी हो जू, खंड पाठ सुख लो, सुख पूरी हो जू। लगातार ना बाबे रिजर्व पाठ कर कर रखी जाते हैं। लो जी आपां मस्सियां नूं कट्ठे पाठां दे भोग पावांगे, कट्ठे भोग पावांगे आपां सारे, थोड़ा पाठ हो गया भाई, सोडा हो गया भाई, सोडा खंड पाठ भी हो गया भाई, आप कट्ठे ना मस्सिया नूं भोग पा देंगे, पुन्निया नूं भोग पा देंगे, कट्ठा भोग पा देंगे। नहीं तो ना जादू टूणे मुताबक बाणी वरतनी शुरू करती, कट्ठे 5 पाठ कराओ भाई, 5 पुन्निया, 5 दसमियां, 5 मस्सिया पाठ कराओ, फिर की हो जाऊगा, बस तुसीं जो मंगोगे मिल जू ना, कदे भी नहीं मिलता, गारंटी है। ठीक है, वो वाहिगुरू ने जदों देना वो आपे देना, चाहे पाठ कराओ तो चाहे ना कराओ। ये तो साडी जिंदगी जिउण वास्ते, सोहनी बनाउण वास्ते पातशाह ने सानू ज्ञान की बुक दिती आ, ज्ञान की एक वाहिगुरू पातशाह ने ना लैटर दिता गा, बड़ा लैटर लिख के दिता गा, एक चिट्ठी लिख के दिती आ, इहनूं पढ़ना आपां, ठीक है ना। पर रट्टे लाउण नाल इदां कुछ नहीं बनना। हाँ, वो एक साडी अलग प्रेम आ, भावना, जिन्नी मर्जी बाणी वध पढ़ीए, जिन्नी मर्जी बाणी विचार के पढ़ीए, जिन्ना मर्जी आपां सिमरन करिए, वो साडी भावना। सहज पाठ महीने च कर दो, 15 दिनां च कर लो, 20 दिनां च कर लो, 6 महीनों च कर लो, 6 सालां च कर लो, कोई भी पाप नहीं है। असल दे सानू कसूर नहीं साडा उलझाया गया गा। इत्थे हुण गुरु साहब ने किन्नी सोहनी विचार दित्ती आ, मालक जिद्दां मैं तेरी शरण च आया, मेरियां अखां नूं बीमारी सी, पहलां ਕੰਨਾਂ ਨੂੰ ਬਿਮਾਰੀ ਸੀ, ਸਾਰੇ ਰੋਗ ਕੱਟੇ ਗਏ। ਮਨ ਵਿੱਚ ਈਰਖਾ ਸਾੜਾ ਸੀ ਕਿਸੇ ਨੂੰ ਦੇਖ ਕੇ, ਉਹ ਵੀ ਕੱਟਿਆ ਗਿਆ, ਉਹ ਵੀ ਕੱਟਿਆ ਗਿਆ। ਪਹਿਲਾਂ ਲੜਾਈ ਕਰਨ ਦੀ ਭਾਵਨਾ ਜੀ ਹੁੰਦੀ ਸੀਗੀ, ਉਹ ਵੀ ਕੱਟੀ ਗਈ। ਐਵੇਂ ਬਿਨਾਂ ਗੱਲ ਤੋਂ ਜਦ ਖਤੀਆਂ ਜੀਆਂ ਵਹਿਬਤਾਂ ਜੀ ਕਰਨ ਦੀ ਭਾਵਨਾ ਹੁੰਦੀ ਸੀ, ਉਹ ਵੀ ਕੱਟੀ ਗਈ। ਦੇਖੋ ਗੁਰੂ ਕਿਵੇਂ ਇਲਾਜ ਕਰਦਾ ਨਾ, ਪਰ ਹੋਊ ਇਹ ਗਿਆਨ ਸਦਕਾ, ਸੁੱਖਾਂ ਸੁੱਖਾਂ ਨਾਲ ਨਹੀਂ ਹੋਣਾ ਗਾ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਤਬ ਤੇ ਤੋਂ ਭਾਵ ਉਦੋਂ ਦੇ सगले दुख गए, सारे दुख कट्टे गए, सारे वाढे ला।
कदे सोच के देखो। थोड़ा जिहा ना मैं एक बड़ी तिखी जी गल करन लग्यागा। वैसे तो गुरु नानक साहब पूरी दुनिया तो अमीर ने, वो तो आपां गल पहलां करती, बस उन्हां वर्गा कोई है ही नहीं। पर जे आपां गुरु नानक साहब नूं एक तलवंडी दा बासी मन के, बाबियां वाले, संतां वाले, गुरुआं वाले भेख चों कढ के तलवंडी दा एक आम वियक्ति बना के विख गए ना, तो उसे पाकिस्तान वाली तलवंडी च बाबे नानक नालों अमीर बहुत सी, बहुत सी। वैसे असी किसे कदे भी इस गल वल ध्यान नहीं दिता गा, पर ध्यान आऊगा जदों आपां बाबे दी बाणी नूं सुणांगे। हुण पहली गल तां इउं ही नज़र पैगी भी बाबा नानक आ जिहड़ा, ਇਹ ਭਾਵੇਂ ਪਟਵਾਰੀਆਂ ਦੇ ਘਰ जन्म होया, पर बाबे नानक दा बाप पटवारी आ ते सरकारी दिहाड़ी करदा। दिहाड़ी वड्डी छोटी हो सकदी आ, कोई 100 रुपए की दिहाड़ी करदा ते कोई 1000 रुपए की दिहाड़ी करदा ते कोई 5000 की दिहाड़ी करदा। दिहाड़ी वड्डी छोटी हो सकदी आ, सारी दिहाड़ी करदे ने। कोई आटो का ड्राइवर आ ते भावें कोई ट्रक का ड्राइवर आ ते भावें कोई जहाज का ड्राइवर आ, ड्राइवर ड्राइवरी आ। पर थोड़ी थोड़ी मतलब कि अवस्था जिहड़ा उहदा सिस्टम आ बदल जाता, चेंज हो जाता। ठीक है ना। हुण इत्थे सिद्ध हो गया भी जिथे आपां राए बुलार दा जिक्र करते हैं ना, ते बाबे नानक दे बाप दे नक च नथ राए बुलार दी पाई हुई आ। सिद्ध हो गया भी बाबे नानक दे घर नालों राए बुलार दा घर ਜਾਂ ਰਾਏ ਬੁਲਾਰ ਨੂੰ ਛੱਡੋ, ਆਪਾਂ ਉਹ ਤਾਂ ਸਾਡੇ ਧਿਆਨ 'ਚ ਆ ਗਿਆ, ਆਪਾਂ ਵੇਖ ਲਿਆ। ਹੋਰ ਵੀ ਉਹ ਬਹੁਤ ਘਰ ਸੀ ਜਿਹੜੇ ਤਕੜੇ ਸੀ, ਅਮੀਰ ਸੀ, ਧਨਾੜ ਸੀ, ਜਿਹੜੀ ਗੱਲ ਆਪਾਂ ਇੱਥੇ ਵੇਖਣੀ ਆ। ਪਰ ਚੇਤਾ ਰੱਖਿਓ, ਬਾਬਾ ਨਾਨਕ ਨਾ, ਜਿਹੜੀ ਗੱਲ ਆਪਾਂ ਵੇਖਣੀ ਸੀ, ਬਾਬਾ ਨਾਨਕ ਨਾ ਕਿਸੇ ਦੀ ਜ਼ਮੀਨ ਦੇਖ ਕੇ ਅੰਦਰੋਂ ਔਖਾ ਨਹੀਂ ਸੀ ਹੁੰਦਾ। ਰਾਏ ਬੁਲਾਰ ਦਾ ਕਾਰੋਬਾਰ ਵੇਖ ਕੇ ਔਖਾ ਨਹੀਂ ਹੋਇਆ ਨਾ। उस तलवंडी च किसी का कारोबार वेख के औखा नहीं होया। बाबा नानक किन्नियां नूं जाके मिलिया, पूरी दुनिया का चक्कर ही लाया पातशाह ने, औखा नहीं किते भी होया। जानी कि अंदरों सड़िया नहीं, अंदरों बलिया नहीं, अंदरों ईरखा नहीं कीती गई। ईरखा नहीं कीती भी मैं इन्नी क अवस्था का मालक हाँ, तुसीं इन्ने अमीर हो, 1000 एकड़ां दे मालक हो ना। ध्यान च रखियो गल। अच्छा किते दूजी गल वेख लो। हुण आपां 10वें पातशाह धन श्री गुरु गोबिंद सिंह महाराज निगाह मार के वेख्यो, कदे किते भी तुहानू देखो, जिथों तक मैं ध्यान च गल लियानागा भी गुरु तेग बहादुर महाराज ने आनंदपुर साहब वाली जमीन मुल खरीदी आ। आनंदपुर साहब बसाउण दे लई, वो भी गुरु साहब की भावना नहीं सी। एक मतलब ये सी भी चंपे की राणी ने, जो राजा दीपचंद की राणी सी ना, उन्हें वो दीपचंद मर गया सी, वो रंडी हो गई, विधवा हो गई, उन्होंने खतरा पै गया भी मतलब मेरा की बनूगा। राय दी बहुतिया ने भी तू गुरु तेग बहादुर महाराज की शरण में जा, तो उन्हें बख्शिश करनी आ, तो इत्थे अपना रिहायश बना लेंगे, उन्होंने थोड़ी बहुती जमीन दे दे, तू किरपा हो जूगी है ना, तो तेनों खतरा नहीं कोई रहना उन्होंने कोले हुंदे आ। किड्डा वड्डा विश्वास है गुरु ते ना। तो उस टाइम ते ने बेनती की भी मेरे कोले पातशाह तुसीं अपना मकान, अपनी रिहायश बनाओ, तो मैं फ्री जमीन दिन्नी आ। पातशाह कहते नहीं, साडा निजम ही नहीं है फ्री लैण दा, ते असीं की करना गा, असीं मुल जमीन खरीदांगे। अच्छा वो जमीन भी गुरु तेग बहादुर महाराज जी दे मान लो नाम बोलदी है। आपां गल कीती सी गुरु गोबिंद सिंह दी, गुरु गोबिंद सिंह महाराज दे जिथों तक मेरे ध्यान च गल आ, ना तां पटने दी कोई जमीन बोलदी आ, ना लखनौर दी जमीन बोलदी आ, ना गुरु पातशाह जी दे नाम किते जलंधर करतारपुर जमीन बोलदी आ, ना आनंदपुर साहब जमीन बोलदी आ, ना चमकौर साहब जमीन बोलदी आ, ना दमदमा साहब किते जमीन बोलदी आ, ना मुक्तसर जमीन बोलदी आ किते। लास्ट पड़ा दर पड़ा हजूर साहब भी गुरु साहब पहुँच गए महाराष्ट्र च, ना उत्थे जमीन बोलदी आ। इथों सिद्ध की होया, गुरु देखो शरीरक तल ते आपां निगाह मार रहे हैं भी शरीरक तल ते तां गुरु गोबिंद सिंह नालों अमीर बहुत सी, पर जे ज्ञान वाले पक्ष ते वेखीए, सियाणप वाले वेखीए, तां गुरु साहब नालों कोई अमीर है ही नहीं गा जे आपां देखीए। पर गुरु साहब किसे नूं देख के सड़िया नहीं है, अंदरों बलिया नहीं है, सड़िया बलिया नहीं। हाँ जिंदगी राजे महाराजा नालों वध के सोहनी जिउई आ,
ठीक है ना, निजम च परमात्मा दे हुक्म च रहिंदे होए आ कलंगियां ला के जिंदगी जिउई आ। कलंगी कौन ला सकदा सीगा? एक सेंटर दा बादशाह ही कलंगी ला सकदा सी, होर नहीं कोई सी ला सकदा। ਉਹਨੂੰ ਚੈਲੰਜ ਸੀ ਵੀ ਜੇ ਤੂੰ ਕਲੰਗੀ ਲਾਉਣਾ ਨਾ ਤੇ ਕਲੰਗੀ ਅਸੀਂ ਵੀ ਲਾਉਣ ਜਾਣਦੇ ਆ। ਜਿਹੜੀ ਪੈਰਾਂ 'ਚ ਜੁੱਤੀ ਆ ਨਾ, ਤੇ ਜੁੱਤੀ ਇੱਕ ਬਾਦਸ਼ਾਹ ਹੀ ਪਾ ਸਕਦਾ ਸੀ, ਤੇ ਪਾਤਸ਼ਾਹ ਨੇ ਵੀ ਕਾਨੂੰਨ ਲਾਗੂ ਕੀਤਾ ਸੀ ਮੇਰਾ ਸਿੱਖ ਜੁੱਤੀ ਪਹਿਨਿਆ ਕਰੂਗਾ। ਪਰ ਅੱਜ ਤਾਂ ਸਾਡਾ ਸਿਸਟਮ ਕੁਛ ਹੋਰ ਬਣ ਗਿਆ, ਤੇ ਉਹ ਵੀ ਚੈਲੰਜ ਸੀ। ਖੁੱਲਾ ਪਹਿਰਾਵਾ ਜਿਹਨੂੰ ਆਪਾਂ ਚੋਲਾ ਕਹਿੰਦੇ ਆ ਨਾ, ਇਹ ਵੀ ਇੱਕ ਰਾਜੇ ਦੀ ਪੁਸ਼ਾਕ ਆ, ਤੇ ਜਿਹੜੀ ਸਾਨੂੰ ਅਨਫਿੱਟ ਹੋ ਗਈ ਅੱਜ। ਅਨਫਿੱਟ ਆ, ਸਾਨੂੰ ਫਿੱਟ ਨਹੀਂ ਹੈ। ਆਪਾਂ ਕੱਲ ਵੀ ਗੱਲ ਪੁਸ਼ਾਕ ਤੇ ਕੀਤੀ ਸੀ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਲੋ ਵੀ ਉਸ ਟਾਈਮ ਤੇ ਪੂਰੇ ਟੌਪ ਦੇ ਮਤਲਬ ਕਿ ਬਸਤਰ ਨੇ ਜਿਹੜੇ ਰਾਜਿਆਂ ਨੂੰ ਚੈਲੰਜ ਕਰਨ ਵਾਸਤੇ ਪਹਿਨੇ ਸਨ। ਜ਼ਿੰਦਗੀ ਹੈ ਜਿਹੜੀ ਉਹ ਸ਼ਾਹੂਕਾਰਾਂ ਨਾਲੋਂ, ਰਾਜੇ ਮਹਾਰਾਜਿਆਂ ਨਾਲੋਂ ਵੀ ਵੱਧ ਕੇ ਸੀ। ਤੇ ਬਾਣੀ 'ਚ ਵੀ ਲਿਖਿਆ, ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਆਪਾਂ ਉਸਤਤ ਅਕਾਲ ਉਸਤਤ ਦੇ ਵਿੱਚੋਂ ਵੀ ਪੜ੍ਹਦੇ ਆ ਨਾ, ਤੁਮ ਹੋ ਸਭ ਰਾਜਨ ਕੇ ਰਾਜਾ। ਤੇ ਮਾਲਕ ਜੀ ਤੁਸੀਂ ਤਾਂ ਰਾਜਿਆਂ ਤੋਂ ਵੀ ਰਾਜੇ ਹੋ, ਤੇ ਆਪੇ ਆਪ ਗਰੀਬ ਨਵਾਜਾ। ਤੇ ਜੇ ਦੇਖੀਏ ਤੇਰਾ ਨਾਤਾ ਗਰੀਬਾਂ ਨਾਲ ਵੀ ਜੁੜਿਆ ਹੋਇਆ ਹੈਗਾ। ਜੇ ਵੇਖੀਏ ਤਾਂ ਇੱਥੋਂ ਸਿੱਧ ਹੋ ਗਿਆ ਵੀ ਕਹਿਣ ਤੋਂ ਭਾਵ ਗੁਰੂ ਸਾਹਿਬ ਕਿਸੇ ਤੇ ਸੜੇ ਨਹੀਂ, ਕਿਸੇ ਤੇ ਬਲੇ ਨਹੀਂ, ਕੋਈ ਈਰਖਾ ਨਹੀਂ, ਕੋਈ ਵੈਰ ਨਹੀਂ, ਕੋਈ ਵਿਰੋਧ ਨਹੀਂ, ਕੁਝ ਵੀ ਨਹੀਂ ਹੈ। ਆ ਬਿਮਾਰੀ ਤੋਂ ਗੁਰੂ ਨਾਨਕ ਸਾਹਿਬ ਦੇ ਸਿੱਖ ਮੁਕਤ ਨਹੀਂ ਪਾਈ। ਮੁਕਤ ਸਮਝ ਗਏ ਨਾ, ਮੁਕਤ ਨੇ। ਇਹ ਕੰਪੀਟੀਸ਼ਨ ਤਾਂ ਨਾ ਬਾਬਿਆਂ 'ਚ ਵੀ ਚੱਲਦਾ, ਮੇਰਾ ਡੇਰਾ ਕਿੱਡਾ ਕਾ, ਮੇਰਾ ਗੁਰਦੁਆਰਾ ਕਿੱਡਾ ਕਾ, ਫਲਾਨੇ ਦਾ ਗੁਰਦੁਆਰਾ ਐਡਾ ਵੱਡਾ। ਲੈ ਕੋਈ ਗੱਲ ਨਹੀਂ, ਆਪਾਂ ਨਾ ਅਗਲੀ ਵਾਰ ਨੂੰ ਉਦੋਂ ਵੱਡਾ ਹੀ ਬਣਾ ਦਾਂਗੇ। ਕੰਪੀਟੀਸ਼ਨ ਚੱਲਦਾ ਇਹ ਵੀ, ਮਾਫ ਕਰਨਾ। ਜਿੱਥੋਂ ਸਾਨੂੰ ਇਹ ਕੰਪੀਟੀਸ਼ਨ ਖਤਮ ਕਰਨ ਦੀ ਜਾਂਚ ਮਿਲਦੀ ਆ, ਉੱਥੇ ਵੀ ਇਹ ਪੱਖ ਚੱਲ ਰਿਹਾ ਹੈਗਾ, ਉੱਥੇ ਵੀ ਚੱਲਦਾ ਇਹ ਕੁਛ। ਵਾਹਿਗੁਰੂ ਭਲਾ ਕਰੇ, ਆਪਾਂ ਮੁੜ ਗਏ ਇਹਨਾਂ ਬਿਮਾਰੀਆਂ ਤੋਂ ਮੁਕਤ ਹੋਈਏ। ਪਾਤਸ਼ਾਹ ਨੇ ਲਿਖਿਆ ਗਿਆ, ਇਹ ਬਿਮਾਰੀ ਦਾ ਨਾਮ ਤਬ ਤੇ ਦੋਖ ਗਏ, ਜਿੱਦੇ ਦਾ ਮੈਂ ਤੇਰੀ ਸ਼ਰਨ ਵਿੱਚ ਆਪਣਾ ਮਨ ਟਿਕਾਇਆ। ਮਾਲਕ ਜੀ ਜਿੱਥੇ ਮੈਂ ਹਾਂ ਸੰਤੋਖ ਵਿੱਚ ਹਾਂ, ਜਿੱਥੇ ਮੈਂ ਹਾਂ ਸਬਰ ਵਿੱਚ ਹਾਂ, ਮੈਨੂੰ ਕੋਈ ਦਿੱਕਤ ਨਹੀਂ, ਕੋਈ